जिंदगी विच टाइम कदी इक्को जिहा नहीं रहिंदा। कई बार सब कुछ ठीक ठाक चल रहा हुंदा ते अचानक दुखां ते मुसीबतां दा हनेरा उहदियां खुशियां ते छा जांदा ते ओह इंसान ऐसी जगह डिगदा है जिथे उस कोल अपने पैरां ते खड़ा होना भी मुश्किल हो जाता है ते इहो ਜਿਹੇ टाइम ते ਉਹਦੇ अपने भी ਉਹਦਾ साथ छड्ड ਜਾਂਦੇ हैं। दोस्तों, एक कहानी है एक ऐसे इंसान दी जो मंजी ते पिया बीमार बुरे वक्त चो गुजर रहा है। इत्थे जीवन का कोई फायदा नहीं, कोई कहता नहीं। जो तक तो बंदा तुरदा फिरदा रहिंदा उदों तक सारे हाल पुछदे ने, अगे पिछे फिरदे ने। हुण बड़ा टाइम आ गया तो कुछ लग ही नहीं लग रहा। जिंदगी जीने का कोई फायदा नहीं। जी तो करदा हुणे सब कुछ खत्म करना। मैं मर जाऊंगा ना, सब कुछ खत्म हो जाऊगा तो साला मर भी नहीं सकता, उठ भी नहीं सकता। रब्बा मेरा मेरा तो बहुत ही लग गया। तेरा कदे पेकिਆਂ ਦਾ ਨਿਕਲਣ ਨੂੰ ਦਿਲ ਕੀਤਾ ਵੀ ਆ? ਕਿੱਦਾਂ ਭਾਬੀ? ठीक आ गए? ਆ ਗਏ। ਇੰਨੇ ਦਿਨ ਲਾਏ ਤੁਸੀਂ? ਉਹ ਭਾਬੀ ਸਾਲੀ ਦਾ ਵਿਆਹ ਸੀ ਫਿਰ ਦਿਨ ਤਾਂ ਲੱਗਣੇ ਸੀ। ਹਾਂ ਇਹ ਤਾਂ ਗੱਲ ਹੈਗੀ। ਨਾਲੇ ਉਹ ਪੜਾਉਣ ਦਿੰਦੇ ਸੀਗੇ ਵੀ ਕਰਕੇ ਹੋਣਾ ਪੈ ਗਿਆ ਸਾਨੂੰ, ਮੰਜੇ ਤੇ ਸਾਂਭਣਾ ਤਾਂ ਪੈਂਦਾ ਵਾ। लाडी ओए आ गए हो? आ मेरी 2 मिनट गल सुन यार। ਉਹ ਭਰਾਵਾ ਘਰੇ ਪੈਰ ਤਾਂ ਪਾ ਲੈਣ ਦਿਆ ਕਰ, ਪਹਿਲਾਂ ਹੀ ਤੇਰਾ ਸਿਆਪਾ ਸ਼ੁਰੂ ਹੋ ਜਾਂਦਾ। ਹਾਂ ਦੱਸ ਕੀ ਹੋਇਆ ਹੁਣ ਤੈਨੂੰ? मेरा बड़ा बुरा हाल है, जान निकलती पई मेरी। साल होए साल भी नहीं आते पे यार। ओ मैनू बचा लो यार, मैं नहीं बचना। ओ लाडी डॉक्टर नू 2 दिन हो गए कहे नू आया नहीं यार अजे तक। ਉਹ ਡਾਕਟਰ ਤਾਂ ਆਊ ਜੇ ਉਹਦੇ ਪਹਿਲੇ ਪੈਸੇ ਦਿੱਤੇ ਹੋਣ ਤੁਸੀਂ। नहीं तुसीं तो कहंदे सी डॉक्टर दे पहला पैसे दे दित्ते, तुसीं अजे तक पैसे नहीं दित्ते ओहदे। ਭਰਾਵਾ ਸਾਡੇ ਕੋਈ ਇੰਨੇ ਪੈਸੇ ਹੈ ਨਹੀਂ ਦੇਣ ਨੂੰ। ਨਾਲ ਮੇਰੀ ਗੱਲ ਸੁਣ, 4 ਮਹੀਨੇ ਹੋ ਗਏ ਤੈਨੂੰ ਬਿਮਾਰ ਪਏ ਨੂੰ, ਜੋ ਕੁਛ ਹੈਗਾ ਤੇਰੇ ਖਾਤੇ ਤੇ ਉੱਤੇ ਸਾਰਾ ਹੀ ਲੱਗ ਗਿਆ ਤੇ ਜਿੰਨਾ ਵੀ ਇਲਾਜ ਚੱਲਦਾ ਉਹ ਤੇਰਾ ਅਸੀਂ ਕਰਵਾ ਰਹੇ ਆ। ਤਾਂ ਨਾਲੇ ਅਸੀਂ ਕੋਈ ਤੇਰਾ ਠੇਕਾ ਨਹੀਂ ਲਿਆ ਹੋਇਆ ਵੀ ਸਾਰਾ ਖਰਚਾ ਤੇਰੇ ਤੇ ਕਰੀ ਚੱਲੀਏ। ਸਾਡੇ ਆਪਦੇ ਵੀ ਕਈ ਖਰਚੇ ਆ। और तुसीं कातों कर रहे मेरे ते खर्चे? हुण मैं माड़ा हो गया, उदों चंगा हुंदा सी ਜਦੋਂ ਤੁਹਾਡੇ ਤੇ ਖਰਚੇ ਕਰਦਾ ਹੁੰਦਾ ਹਾਂ ਮੈਂ। ਹੈ ਅੱਧੀ ਜ਼ਬਾਨ ਨਾਲ ਚੀਜ਼ ਮੰਗਦੇ ਹੁੰਦੇ ਹੋ ਨਾ, ਲਿਆ ਕੇ ਦਿੰਦਾ ਹਾਂ ਤੁਹਾਨੂੰ। ਉਦੋਂ ਤਾਂ ਵੀਰ ਜੀ ਕਹਿੰਦੇ ਨਹੀਂ ਥੱਕਦੇ ਹੁੰਦੇ ਤੁਸੀਂ। ਹੁਣ ਮਾੜਾ ਹੋ ਗਿਆ ਮੈਂ ਤੇ ਹੁਣ ਇਹਨਾਂ ਨੂੰ ਸਾਹਮਣਾ ਵੀ ਔਖਾ ਹੋ ਗਿਆ। 4 ਮਹੀਨੇ ਹੋ ਗਏ, ਮੈਨੂੰ ਪਤਾ ਕਿੱਦਾਂ ਰੋਲਣ ਦੇ ਹੋ ਤੁਸੀਂ ਮੈਨੂੰ। ਬਿਲਕੁਲ ਖਿਆਲ ਨਹੀਂ ਰੱਖਦੇ ਤੁਸੀਂ ਮੇਰਾ, ਬਿਲਕੁਲ ਵੀ।
ਹਾਏ ਸਾਹਮਣੇ ਕਿਉਂ ਨਹੀਂ? ਸਾਰਾ ਟੱਬਰ ਤੇਰੇ ਤੇ ਲੱਗਿਆ ਰਹਿੰਦਾ ਹੈਗਾ। ਸਾਡਾ ਤਾਂ ਜਿੰਨਾ ਕਮਾਉਣਾ ਸਾਰਾ ਤੇਰੇ ਤੇ ਲਾ ਦਿੰਦੇ ਆ। ਸਾਡੇ ਕੋਲ ਕੁਝ ਬਚਦਾ ਹੀ ਨਹੀਂਗਾ। ਤੇਰੇ ਤੇ ਜਿੰਨਾ ਕਰ ਲਾ ਛਿੱਤਰ ਮਾਰਨੀ ਨੇ ਤਾਂ ਤੁਸੀਂ ਚਲੋ ਜੀ ਚੇਂਜ ਕਰਕੇ ਆਪਦਾ ਆਰਾਮ ਕਰੋ। ਇਹਦਾ ਤਾਂ ਅਸੀਂ ਆਪਾਂ ਰੋਣਾ ਚਲੋ ਚਲੋ ਜਾਓ ਤੁਸੀਂ ਆਰਾਮ ਕਰੋ, ਪਾਣੀ ਧਾਣੀ ਪੀਓ। ਇਹ ਤਾਂ ਇਦਾਂ ਹੀ ਕਰਦਾ ਰਹਿਣਾ ਇਹਨੇ, ਇਹਦਾ ਖੇਖਣ ਕਰਦਾ ਖੇਖਣ। ਜੇ ਇਹ ਚੰਗਾ ਹੁੰਦਾ ਸਵਾਦ ਦਾ ਤੇ ਇਹਦੀ ਰਾਣੀ ਨੂੰ ਛੱਡ ਕੇ ਜਾਂਦੀ। ਆਹੋ ਸ਼ੁਕਰ ਮਨਾ ਰੱਬ ਦਾ ਜਿਹੜਾ ਤੈਨੂੰ ਇਹ ਮੰਜੇ ਤੇ ਸਾਂਭੀ ਜਾਂਦੇ ਆ। ਇੰਨਾ ਤੂੰ ਗੰਦ ਮੂੰਹ ਤੇ ਪਾਉਣਾ ਮੰਜੇ ਦੇ ਉੱਤੇ ਤੂੰ। ਹਾਂ ਤੁਸੀਂ ਚੰਗੇ ਹੋ, ਮੇਰੇ ਕਰਕੇ ਛੱਡ ਕੇ ਗਈ ਹੋ ਮੈਨੂੰ, ਮੇਰੇ ਕਰਕੇ ਹੀ। ਚੰਗੀ ਤਰ੍ਹਾਂ ਪਤਾ ਮੈਨੂੰ, ਹਾਂ ਚੰਗੀ ਤਰ੍ਹਾਂ ਪਤਾ। ਆਇਓ ਮੇਰਾ ਰੱਬਾ, ਨਹੀਂ ਮਾਣਾ ਆਏ ਰੱਬਾ। ਮੰਮੀ ਰੋਟੀ ਲੈ ਗਿਆ। ਗੋਪੀ ਮੇਰੀ ਵੀ ਗੱਲ ਸੁਣ ਕੇ ਜਾਈ। ਬੋਲ ਇਹ ਆਪਾਂ ਨੂੰ ਹੋਵੇ ਕਿਉਂਕਿ ਵੀ ਯਾਰ ਨਾ ਹੀ ਭੁੱਖ ਲੱਗਦੀ ਤੇ ਨਾ ਹੀ ਪਿਆਸ। ਡਾਕਟਰ ਨੇ ਕਿਹਾ ਸੀ ਕਿ ਅਨਾਰ ਦਾ ਜੂਸ ਪੀਆ ਕਰ। ਨਾ ਮੈਨੂੰ ਭੁੱਖ ਲੱਗਦੀ ਹੈ ਤੇ ਨਾ ਹੀ ਪਿਆਸ। ਬਹੁਤ ਬੁਰਾ ਹਾਲ ਹੈ, ਆ ਢਿੱਡ 'ਚ ਖੋਜ ਹੀ ਪਈ ਜਾਂਦੀ ਹੈ। ਔਰ ਤੇ ਜ਼ਹਿਰ ਖਾਣ ਨੂੰ ਪੈਸਾ ਹੈ ਨਹੀਂ ਤੂੰ ਜੂਸ ਭਾਲੀ ਜਾ। ਮਾਂ ਤੁਹਾਡੇ ਕੋਲ ਸ਼ਰਾਬਾਂ ਪੀਣ ਨੂੰ ਪੈਸੇ ਹੈਗੇ ਆ? ਹੈ ਸ਼ਰਾਬਾਂ ਪੀਣ ਨੂੰ ਤੁਹਾਡੇ ਕੋਲ ਪੈਸੇ ਹੈਗੇ ਆ? ਤੇਰੀ ਦਵਾਈ ਤਾਂ ਘੱਟ ਖਰਚਾ ਹੁੰਦਿਆ। ਸਭ ਜਾਣਦਾ ਕਿੰਨਾ ਖਰਚਾ ਕਰਨ ਦੇ ਤੁਸੀਂ ਮੇਰੇ ਤੇ। ਉਹ ਪਿਆਰ ਹੈ ਯਾਰ, ਤੂੰ ਮੂਡ ਦਾ ਸਤਾ ਮਾਰਦਾ ਤਾਂ ਨਾ ਪਰ ਬੜੀ ਦਾ ਨਹੀਂ ਕਰ। ਕੋਈ ਨਾ। हाँ जी सर की हाल है? ठीक है डॉक्टर साहब। हालत च बहुत दर्द हो रही है डॉक्टर साहब। कोई गल नहीं, हौसला रखो, देखते हैं। जिससे मैं तेरे घर वालियां नूं ना 2-4 टेस्ट लिख के दिते है ते वो टेस्ट तुसीं करवा लियो। मैं तेरा चैकअप करदा वां ते वो टेस्ट जेहड़ियां 2-4 दिन बाद रिपोर्टां आउणगियां ते मैं दोबारा चेक करन आवांगा। ठीक है जी। ठीक है, मैं 2 दिन बाद आवांगा ते मैं रिपोर्ट्स दवाई देती कर दे डॉक्टर साहब। मैं दवाई दे ਦਿੱਤੀ ਘਰਦਿਆਂ ਨੂੰ ਉਹ ਰੂਟੀਨ 'ਚ ਆਪਣੀ ਲੈਂਦੇ ਰਹਿਣਾ ਸਵੇਰੇ ਸ਼ਾਮ। ठीक है डॉक्टर साहब। ਬਾਕੀ ਇਹ ਆ ਕਿ ਹੌਸਲਾ ਰੱਖੋ, ਰਿਪੋਰਟਾਂ ਜਦੋਂ ਆਉਣਗੀਆਂ ਮੈਂ ਫਿਰ 2 ਦਿਨ ਬਾਅਦ ਦੇਖਣ ਆਵਾਂਗਾ ਤੁਹਾਨੂੰ। ਠੀਕ ਹੈ? ठीक है जी। डॉक्टर साहब ठीक ठाक है ना? हाँ कोई गल नहीं, ठीक है। मैं दवाई देना कुछ ते दो इनू सवेरे शाम गोली देनी टैबलेट। एक टैबलेट ਇਹਦੇ ਚੋਂ ਇੱਕ ਇਹਦੇ ਚੋਂ और रात ਨੂੰ ਸੌਣ ਵੇਲੇ ਦੇਣੀ ਇੱਕ ਗੋਲੀ। हाँ जी डॉक्टर साहब। हाँ जी, जरूरी ये है कि जी दी कंडीशन पहला नालों ज़्यादा क्रिटिकल है ते इनू हॉस्पिटल दाखिल करवाना जरूरी है। डॉक्टर साहब खर्चा कितना हो? खर्चा घट तो घट 10 लाख रुपया ते जे तुसीं इनू दाखिल नहीं करवाते तो इहदी जान नू खतरा जी। फैमिली डॉक्टर होने के नाते तुहानू मैं कह रहा। चलो कोई गल नहीं डॉक्टर साहब, कर दें कुछ ना कुछ। चलो ठीक है, मैं चलदा।
ਇੰਨਾ ਖਰਚਾ ਅਸੀਂ ਤਾਂ ਪਹਿਲਾਂ ਹੀ ਇਹਨੂੰ ਸਾਂਭਦੀਆਂ ਪਈਆਂ ਵਾ ਹੋਰ ਇੰਨਾ ਖਰਚਾ ਕਿੱਥੋਂ ਕਰਾਂਗੇ ਇਹਦਾ ਹਾਏ ਹਾਏ ਮੈਂ ਤਾਂ ਕੱਲ ਹੀ ਕੁੜੀ ਦੀ ਫੀਸ ਕਰਾ ਕੇ ਆਈ ਆ ਅੱਜ ਨਵੀਂ ਡੰਡ ਖੜਾ ਹੋ ਗਿਆ। ਇੱਕ ਤਾਂ ਮੈਂ ਪਹਿਲਾਂ ਬੜਾ ਪਰੇਸ਼ਾਨ ਹੈ, ਦੂਜਾ ਉਹਨੇ ਆਵਾਜ਼ਾਂ ਮਾਰ ਮਾਰ ਕੇ ਦਿਮਾਗ ਖਰਾਬ ਕੀਤਾ, ਉਤੋਂ ਤੋਹਾ ਕਿੜਕਿੜ ਲਾਈ ਹੈ। ਚਲੋ ਆਪਣਾ ਕੰਮ ਕਰੋ ਚੱਲ ਕੇ। ਗੋਪੀ ਬਾਈ ਕਮਾਲ ਦਾ ਬੰਦਾ ਯਾਰ ਤੂੰ। ਭਾਬੀ ਤੈਨੂੰ ਉੱਥੇ ਲੱਭ ਲੱਭ ਕਮਰੀ ਹੋਈ ਆ, ਤੂੰ ਇੱਥੇ ਬੈਠਾ। ਨਹੀਂ ਆ ਜਾ ਕੀ ਹੋਇਆ? ਕੁਛ ਨਹੀਂ, ਅਸੀਂ ਪਰੇਸ਼ਾਨ ਹੋਏ ਤੇ ਲੱਭ ਲੱਭ ਕੇ ਤੂੰ ਇੱਥੇ ਬੈਠਾ। ਮੈਂ ਖੁਦ ਬੜੀ ਟੈਨਸ਼ਨ ਦੇ ਵਿੱਚ ਹਾਂ। ਤੈਨੂੰ ਬੜੀ ਟੈਨਸ਼ਨ ਹੋ ਗਈ ਹੁਣ। ਟੈਨਸ਼ਨ ਦੇ ਵਿੱਚ ਤਾਂ ਪੈਗ ਲਾਉਣ ਦਾ। ਚਲ ਏਦਾਂ ਕਰ, ਪੈਗ ਪਾ ਤੇ ਟੈਨਸ਼ਨ ਬਾਅਦ ਚ ਦੱਸੀ। ਟੈਨਸ਼ਨ ਤੇ ਆਪਣਾ ਕਿਹੜਾ ਛੱਡਣਾ ਨਹੀਂ ਮੈਨੂੰ ਲੱਗਦਾ। ਚੱਕ ਲੈ ਤੂੰ। ਡਾਕਟਰ ਆਇਆ ਸੀ ਘਰੇ। ਅਜੀਤ ਦੇ ਇਲਾਜ ਵਾਸਤੇ 10 ਲੱਖ ਰੁਪਇਆ ਮੰਗਦਾ। 10 ਲੱਖ? 10 ਲੱਖ ਕਿੱਥੋਂ ਲਿਆਵਾਂਗੇ 10 ਲੱਖ? ਐਸੇ ਤਾਂ ਗੱਲ ਦੀ ਟੈਨਸ਼ਨ ਆ ਕਿ 10 ਲੱਖ ਲਾਉਣਾ ਕਿੱਥੋਂ ਆ। ਨਾ ਪਾਉ, ਆਪਣੇ ਦੇ ਹੱਥ ਖੜੇ ਆ ਇਸ ਕੰਮ 'ਚ। ਹੱਥ ਤਾਂ ਆਪਣੇ ਵੀ ਖੜੇ ਆ। ਐਸੇ ਕਰਕੇ ਤੇ ਇਕੱਲਾ ਬੈਠਾ ਸੋਚ ਰਿਹਾ ਕਿ ਕਿੱਦਾਂ ਕਰਨਾ। ਔਖਾ ਯਾਰ, ਦੁਖੀ ਦੇ ਨੇ ਪਹਿਲਾਂ ਹੀ ਕੀਤਾ ਹੋਇਆ ਵਾ, ਹੁਣ ਤਾਂ ਕੰਗਾਲ ਕਰਕੇ ਮਰੂ ਹੈ। ਚਲ ਬਾਕੀ ਜਿੰਨੇ ਜੋਗੇ ਹੈਗੇ ਇਲਾਜ ਤਾਂ ਅਸੀਂ ਕਰਾ ਹੀ ਰਹੇ ਹਾਂ, ਪਰ 10 ਲੱਖ ਕਿੱਥੋਂ ਲਾਉਣਾ? ਜਿਹੜਾ 2-4 ਲੱਖ ਰੁਪਇਆ ਹੈਗਾ ਬੈਂਕ ਦੇ ਖਾਤੇ 'ਚ ਉਹ ਵੀ ਲਾ ਲਵਾਂਗੇ। ਕੱਲ ਨੂੰ ਬੱਚਿਆਂ ਦਾ ਵੀ ਸੋਚਣਾ। ਤੂੰ ਪੈਗ ਬਣਾ ਤੇ ਟੈਨਸ਼ਨ ਨਾ ਲੈ, ਛੱਡ ਪਰੇ, ਆਪੇ ਹੌਲੀ ਹੌਲੀ ਦੇਖੀ ਜਾਊਗੀ। ਹੁੰਦਾ ਜਿੰਨੇ ਜੋਗੇ ਹੈਗੇ ਉਹਨਾਂ ਤਾਂ ਕਰਦੇ ਹੀ ਆ ਨਾ। ਭਾਬੀ ਮੈਨੂੰ ਰੋਟੀ ਦੇ ਦੇ, ਬਹੁਤ ਭੁੱਖ ਲੱਗੀ ਹੈ। ਨਾਲੇ ਮੈਨੂੰ ਦਵਾਈ ਵੀ ਦੇ ਦਿਓ। ਕੋਈ ਫਰਕ ਨਹੀਂ ਪੈ ਰਿਹਾ ਮੈਨੂੰ। ਉਹ ਡਾਕਟਰ ਦਵਾਈ ਤਾਂ ਦੇ ਗਿਆ ਪਰ ਮੈਨੂੰ ਕੋਈ ਫਰਕ ਹੀ ਨਹੀਂ ਪੈ ਰਿਹਾ। 1 ਹਫ਼ਤਾ ਹੋ ਗਿਆ, ਉਹ ਮੁੜ ਕੇ ਪਤਾ ਲੈਣ ਹੀ ਨਹੀਂ ਆਇਆ ਮੇਰਾ। ਉਹਨੂੰ ਫੋਨ ਕਰੋ। ਅੱਬੀ ਰੋਟੀ ਦੇ ਮੈਨੂੰ। ਪਿਆਰੋ ਮਿਲ ਜਾਂਦੀ ਹੈ ਤੈਨੂੰ ਰੋਟੀ। ਨਾਲੇ ਹੈ ਨਹੀਂਗਾ ਘਰ ਕੋਈ ਵੀ ਤੇਰਾ ਭਰਾ, ਜਦੋਂ ਆਉਣਗੇ ਆਪੇ ਡਾਕਟਰ ਨਾਲ ਗੱਲ ਕਰ ਲੈਣਗੇ। ਕੱਲਾ ਤੇਰੇ ਤੇ ਨਹੀਂ ਬੈਠੇ, ਹੋਰ ਵੀ ਕੰਮ ਬਥੇਰੇ ਆ ਸਾਨੂੰ। ਕਿਤੇ ਨਹੀਂ ਭੁੱਖਾ ਮਰ ਚੱਲਿਆ। ਹੋ ਗਏ ਭੁੱਖਾ ਨਹੀਂ ਮਰ ਚੱਲਾ ਸੀ। ਉਹਦੀ ਰੋਟੀ ਨਹੀਂ ਖਾਧੀ ਮੈਂ, ਆਪ ਸਾਰਿਆਂ ਨੇ ਖਾ ਲਈ। ਤੁਸੀਂ ਮਿਲ ਜਾਂਦੀ ਹੈ ਤੈਨੂੰ ਰੋਟੀ। ਪਿਆਰੋ ਇਹਦੀ ਤੇ ਹਾਲਤ ਹੋਰ ਵੀ ਜ਼ਿਆਦਾ ਵਿਗੜ ਗਈ। ਦੱਸੋ ਹੁਣ ਕੀ ਕਰਨਾ? ਕਰਨਾ ਕੀ ਆ? ਕੁਝ ਵੀ ਨਹੀਂ, ਪਿਆਰ ਰਹਿਣ ਤੋਂ ਇੱਥੇ। ਪਰ ਲੋਕਾਂ ਦੇ ਮੂੰਹ ਕਿਵੇਂ ਬੰਦ ਕਰਾਂਗੇ? ਲੋਕਾਂ ਦੇ ਮੂੰਹ ਤਾਂ ਬੰਦ ਨਹੀਂ ਹੋਣੇ। ਪੈਸਾ ਤੇ ਆਪਣੇ ਲੱਗਣਾ। ਪਿਆਰ ਹੋਊਗਾ, ਪੈਸਾ ਤਾਂ ਬਚੂ। ਤੇ ਨਾਲੇ ਇੱਜ਼ਤ ਵੀ। ਹੁਣ ਲੋਕਾਂ ਨੂੰ ਇਹ ਵਹਿਮ ਤਾਂ ਹੈ ਨਾ ਵੀ ਸਾਂਭਿਆ ਹੋਇਆ ਘਰੇ ਸੇਵਾ ਕਰਦੇ। ਦੜ ਵੱਟੀ ਰੱਖੋ, ਜਿੱਦਾਂ ਚੱਲਦਾ ਚੱਲਣ ਦੋ।
ਇਹ ਕੇਸੀ ਸ਼ਰਮਾ ਦੇ ਤੇ ਆ ਸੁਨੀਲ ਦੇ। ਭਾਬੀ ਜੀ ਇੱਕ ਕੱਪ ਚਾਹ ਦਾ ਬਣਾਓ। ਕਿਦਾਂ ਜੀ? ਵਧੀਆ ਵਧੀਆ, ਤੁਹਾਨੂੰ ਚਾਹ ਬਣਾਉਣ ਲਈ ਕਿਹਾ ਸੀ ਮੈਂ। ਹਾਂ ਮੈਂ ਬਣਾਉਣ ਜਾਂਦੀ ਆ ਦੱਸੋ। ਤੇ ਮੈਂ ਇੱਕ ਜ਼ਰੂਰੀ ਗੱਲ ਕਰਨੀ ਸੀ ਜੀ ਤਾਂ ਹਾਂਜੀ ਹਾਂਜੀ ਦੱਸੋ। ਤੈਨੂੰ ਪਤਾ ਹੀ ਹੈ ਆਪਣੇ ਹਾਲਾਤਾਂ ਦਾ। ਮੈਂ ਸੋਚ ਰਹੀ ਸੀ ਵੀ ਕੋਈ ਆਪਣਾ ਹੀ ਕੰਮ ਕਰ ਸ਼ੁਰੂ ਕਰ ਲੈਂਦੇ ਇਹ। ਹਾਂ ਕਰਨਾ ਚਾਹੀਦਾ, ਕਿਉਂ ਨਹੀਂ ਕਰਨਾ ਚਾਹੀਦਾ। ਪਰ ਜੀ ਤੈਨੂੰ ਪਤਾ ਕੰਮ ਕਰ ਬਿਨਾਂ ਪੈਸਿਆਂ ਤੋਂ ਸ਼ੁਰੂ ਹੁੰਦੇ ਨਹੀਂ। ਉਹ ਤਾਂ ਹੈਗਾ। ਤਾਂ ਤੈਨੂੰ ਮੇਰੀ ਹਾਲਤ ਪਤਾ ਹੀ ਹੈ ਯਾਰ, ਤੇਰੇ ਤੋਂ ਪੈਸੇ ਮੰਗਦੇ ਮੈਨੂੰ ਸ਼ਰਮ ਵੀ ਆਉਂਦੀ ਹੈ। ਤੂੰ ਛੋਟਾ ਯਾਰ ਮੇਰੇ। ਉਹ ਕੋਈ ਛੋਟਾ ਵੱਡਾ ਨਹੀਂ ਹੁੰਦਾ, ਭਰਾ ਭਰਾ ਹੁੰਦੇ ਨੇ, ਚਾਹੇ ਉਹ ਛੋਟਾ ਹੋਵੇ ਚਾਹੇ ਉਹ ਵੱਡਾ ਹੋਵੇ। ਤੂੰ ਇਹ ਦੱਸ ਤੈਨੂੰ ਪੈਸੇ ਕਿੰਨੇ ਚਾਹੀਦੇ ਨੇ? ਯਾਰ ਕੰਮ ਕਰ ਸ਼ੁਰੂ ਕਰਨ ਲਈ ਘੱਟੋ ਘੱਟ 1.5-2 ਲੱਖ ਰੁਪਏ ਲੱਗ ਹੀ ਜਾਣਾ ਹੈ। ਬਸ ਇੰਨੇ ਕੁ। ਇਹ ਵੀ ਕੋਈ ਗੱਲ ਹੈ? ਤੂੰ ਪਹਿਲਾਂ ਮੰਗ ਲੈਂਦਾ ਮੇਰੇ ਕੋਲ। ਕਦੀ ਤੈਨੂੰ ਕਿਸੇ ਚੀਜ਼ ਤੋਂ ਨਾ ਕੀਤੀ ਮੈਂ? ਯਾਰ ਉਹ ਤਾਂ ਗੱਲ ਵੱਖਰੀ ਹੈ, ਪਰ ਉਹ ਛੱਡ ਇਸ ਗੱਲ ਨੂੰ। ਕੱਲ ਸ਼ਾਮੀ ਆ ਕੇ ਮੇਰੇ ਕੋਲ 2 ਲੱਖ ਰੁਪਏ ਲੈ ਲਈ, ਠੀਕ ਹੈ? ਦਫ਼ਤਰ ਆ ਜੀ ਮੇਰੇ ਕੋਲ। ਚਲ ਠੀਕ। ਹਾਂ ਤੁਸੀਂ ਭਾਬੀ ਚਾਹ ਬਣਾਓ ਮੇਰੇ ਲਈ ਵਧੀਆ ਜੀ, ਕੜਕ ਜੀ, ਠੀਕ ਹੈ? ਹਾਂ ਚਲ ਚੰਗਾ, ਮੈਂ ਜਰਾ ਕੰਮ ਕਰ ਲਵਾਂ। ਚਲ ਠੀਕ ਹੈ ਜੀ। ਹਾਂ ਓਕੇ। ਇਹ 2 ਭਾਂਡੇ ਰਹਿ ਗਏ ਸੀ ਰਸੋਈ 'ਚ ਮਾਂਜਣ ਵਾਲੇ, ਇਹ ਵੀ ਸਾਫ਼ ਕਰਦੀ। ਘਰ ਦੇ ਹੁਣ ਜੀਤ ਸ਼ਹਿਰੋਂ ਆਇਆ, ਨਵੀਂ ਤਨਖਾਹ ਮਿਲੀ ਆ। ਤਾਂ ਕੀ ਹੋਇਆ? ਨਾਲ 2-4 ਡਰਾਮੇ ਕਰਨੇ ਨੇ, ਪੈਸੇ ਵੀ ਤਾਂ ਲੈਣੇ ਨੇ। ਚੱਲ ਕੋਈ ਨਾ, ਟੈਨਸ਼ਨ ਨਾ ਲੈ, ਮੈਂ ਸਾਂਭਦੀ ਆ। ਨਾ ਗੱਲ ਸੁਣੋ ਜੀ ਮੇਰੀ, ਜਿਹੜਾ ਤੁਸੀਂ ਕਰਜ਼ਾ ਚੱਕਿਆ ਨਾ ਉਹ ਚੋਂ 1 ਰੁਪਈਆ ਨਹੀਂ ਮੋੜਿਆ ਤੁਸੀਂ। ਪਤਾ ਨਹੀਂ ਕਿੱਥੇ ਜਾਂਦੇ ਆ ਪੈਸੇ। ਜਿੰਨੇ ਕਮਾਉਣੇ ਆ ਉਨੇ ਹੀ ਲੱਗ ਜਾਂਦੇ ਆ। ਨਾਲੇ ਘਰ ਦਾ ਰਾਸ਼ਨ ਸਾਰਾ ਖਤਮ ਹੋ ਗਿਆ, ਬਿੱਲ ਵੀ ਅਜੇ ਤੱਕ ਨਹੀਂ ਦਿੱਤਾ ਤੁਸੀਂ। ਓਏ ਦਿਮਾਗ ਨਾ ਖਰਾਬ ਕਰ ਮੇਰਾ, ਥੱਪੜ ਮਾਰੂ ਮੂੰਹ ਤੇ। ਜਿੰਨਾ ਮਰਜ਼ੀ ਕੰਮ ਕਰ ਲੋ, ਇੱਥੇ ਨਹੀਂ ਪੂਰੀ ਪੈਣੀ। ਪਹਿਲਾਂ ਹੀ ਮੇਰੀ ਸਿਹਤ ਠੀਕ ਨਹੀਂ ਹੈਗੀ, ਉੱਤੋਂ ਤੇਰਾ ਰੋਜ਼ ਦਿਹਾੜੀ ਦਾ ਇਹੀ ਡਰਾਮਾ ਰਹਿੰਦਾ। ਕੀ ਗੱਲ ਹੋ ਗਈ ਭਾਬੀ ਜੀ? ਕਿਉਂ ਬੋਲ ਰਹੇ ਹੋ ਨਾ ਤੁਸੀਂ? ਨਾ ਕੋ ਵੀਰੇ। ਇਹ ਤਾਂ ਤੈਨੂੰ ਤਾਂ ਸੁਭਾਅ ਦਾ ਪਤਾ ਹੀ ਹੈ। ਉਹ ਭਾਬੀ ਜੀ ਕਿਉਂ ਬੋਲ ਰਹੇ ਹੋ ਤੁਸੀਂ? ਮੈਂ ਹੈਗਾ ਨਾ, ਤਨਖਾਹ ਮਿਲ ਗਈ ਹੈ ਮੈਨੂੰ, ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ। ਨਾਲੇ ਮੇਰੀ ਗੱਲ ਸੁਣੋ, ਜਿੰਨਾ ਵੀ ਰਾਸ਼ਨ ਲਿਆਉਣ ਵਾਲਾ ਨਾ ਉਹਦੀ ਲਿਸਟ ਬਣਾ ਕੇ ਦਿਓ ਮੈਨੂੰ, ਠੀਕ ਹੈ? ਮੈਂ ਚੱਲਾਂ ਬੈਂਕ, ਨਾਲੇ ਜਿਹੜੇ ਪੈਸੇ ਵੀ ਦੇਣ ਵਾਲੇ ਆ ਨਾ ਉਹ ਵੀ ਤੁਹਾਡੇ ਲੰਮਾ ਕਰਜ਼ਾ ਕੁਰਜ਼ਾ ਜੂਗੀ, ਠੀਕ ਹੈ? ਤੇ ਗੋਪੀ ਵੀਰੇ ਤੁਸੀਂ ਹੁਣ ਆਰਾਮ ਕਰੋ, ਠੀਕ ਹੈ? ਤੁਸੀਂ ਅੱਜ ਕੰਮ ਤੇ ਨਾ ਜਾਓ, ਹੈਨਾ? ਜਾਓ। ਤੇ ਭਾਬੀ ਜੀ ਤੁਸੀਂ ਇਹ ਟੈਨਸ਼ਨ ਨਾ ਲਿਆ ਕਰੋ। ਮੈਂ ਤੇਰੇ ਲਈ ਚਾਹ ਬਣਾ ਕੇ ਲਿਆਉਣੀ ਹੈ, ਠੀਕ ਹੈ? ਤੂੰ ਤਿਆਰ ਹੋ ਜਾ। ਚਾਹ ਪਰ ਲੜਿਆ ਨਾ ਕਰੋ, ਠੀਕ ਹੈ? ਅੱਛਾ ਚੀਨੀ ਘੱਟ ਹੈ ਚਾਹ 'ਚ। ਚੀਨੀ ਨੂੰ ਤਾਂ ਛੱਡੋ, ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ। ਦੱਸੋ। ਤੁਸੀਂ ਐਵੇਂ ਬਿਨਾਂ ਮਤਲਬ ਦਾ ਫालतू ਖਰਚਾ ਨਾ ਕਰਿਆ ਕਰੋ। ਇਹ ਤੁਹਾਡਾ ਬਿਨਾਂ ਮਤਲਬ ਤੋਂ ਖਰਚਾ ਕਰਾਉਂਦੇ ਨੇ। ਤੁਹਾਨੂੰ ਆਉਣ ਵਾਲੇ ਟਾਈਮ ਬਾਰੇ ਵੀ ਦੇਖਣਾ ਚਾਹੀਦਾ ਹੈ। ਐਵੇਂ ਫਾਲਤੂ ਗੱਲਾਂ ਕਰਦੇ ਨਹੀਂ ਹੋ। ਉਹ ਸਾਡੇ ਆਪਣੇ ਆ, ਆਪਣੇ ਦਾ ਖਰਚਾ ਨਹੀਂ ਕਰਨਾ ਤਾਂ ਕੀ ਕਰਨਾ? ਮਾਰੇ ਟਾਈਮ ਦਾ ਕੁਝ ਪਤਾ ਨਹੀਂ ਹੁੰਦਾ, ਮਾਰੇ ਟਾਈਮ ਦੱਸ ਨਹੀਂ ਹੁੰਦਾ। ਕੋਈ ਨਹੀਂ ਵੇਖੀ ਜਾਏ, ਤੂੰ ਆਪਣਾ ਕੰਮ ਕਰ। ਤੇ ਨਜ਼ਰ ਮੈਨੂੰ ਭੁੱਖ ਲੱਗੀ ਰੋਟੀ ਬਣਾ। ਠੀਕ ਹੈ, ਮੈਂ ਬਣਾਉਂਦੀ ਹਾਂ। ਡਾਕਟਰ ਸਾਹਿਬ ਕਿਵੇਂ ਆ? ਪਹਿਲਾਂ ਮੈਂ ਕਾਫੀ ਠੀਕ ਹੈ, ਦੇਖ ਰਿਹਾ। ਡਾਕਟਰ ਸਾਹਿਬ ਇਹ ਮੇਰਾ ਭਰਾ ਹੈ, ਇਹਦੇ ਇਲਾਜ 'ਚ ਨਾ ਕੋਈ ਕਮੀ ਨਹੀਂ ਹੋਣੀ ਚਾਹੀਦੀ। ਜਿੰਨੇ ਮਰਜ਼ੀ ਪੈਸੇ ਲੱਗ ਜਾਣ, ਕੋਈ ਗੱਲ ਨਹੀਂ ਲੱਗਣਾ, ਪਰ ਮੈਨੂੰ ਇਹ ਜਲਦੀ ਤੋਂ ਜਲਦੀ ਠੀਕ ਚਾਹੀਦਾ। जीत सट्टा बेशक डूंगियां ने और उन्हें बहुत जल्दी ठीक हो जाएगा। बस रब ते भरोसा रख, वो सब ठीक करेगा। देखिए डॉक्टर साहब की कह रहे हैं, जल्दी ठीक हो जाऊंगा मैं, ठीक है? घबराने की लोड़ नहीं, ठीक है डॉक्टर साहब? चलो ठीक है, उन्हें जी दवाई दी है ना वो टाइम टू टाइम 2 टाइम देंदे रहो प्रॉपर। मैं दोबारा फिर चेक करना वा,
ਤੁਸੀਂ ਇਹਦੀ ਕੇਅਰ ਰੱਖਿਓ ਥੋੜੀ। ਚਲੋ ਮੈਂ ਤੁਹਾਨੂੰ ਅੱਗੇ ਕਰਾਉਣਾ। ਚਲੋ ਠੀਕ। ਦੀਦੀ ਮੇਰੇ ਨਾਲ ਲੱਕ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੋ ਰਹੀ ਆ, ਤੁਸੀਂ 2 ਭਾਂਡੇ ਧੋ ਦੋਗੇ? ਕੋਈ ਦਰਦ ਦੁਰਦ ਨਹੀਂ ਹੁੰਦੀ ਤੇਰੇ, ਪਖੰਡ ਕਰਦੀ ਆ ਤੂੰ, ਕੰਮ ਨਾ ਕਰਨ ਦੇ ਬਹਾਨੇ ਲੱਭਦੀ ਆ। ਕੱਲ ਤੂੰ ਕਹਿੰਦੀ ਰੋਟੀਆਂ ਨਹੀਂ ਪੱਕਦੀਆਂ, ਪਰਸੋਂ ਕਹਿੰਦੀ ਚਾਹ ਨਹੀਂ ਬਣਦੀ। ਦਰਦ ਹੁੰਦੀ ਆ ਤੇਰੇ। ਨਹੀਂ ਇਹ ਤਾਂ ਜੀਤ ਨੇ ਜ਼ਿਆਦਾ ਗੁੱਸੇ ਤੇ ਚੜਾ ਰੱਖੀ ਹੈਗੀ, ਕੰਮ ਨਾ ਕਰਨ ਦੇ ਬਹਾਨੇ ਲੱਭਦੀ ਫਿਰਦੀ ਆ। ਚੱਲ ਭੈਣੇ ਆਪਾਂ ਰੋਟੀ ਖਾਈਏ। ਖੇਖਣ ਬਾਤ ਜੀ ਜਦੋਂ ਦੇਖੋ ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ ਆ, ਗੇਮਾਂ ਖੇਡਦੀ ਰਹਿੰਦੀ ਆ, ਨਾ ਕੋਈ ਕੰਮਕਾਰ ਕਰਦੀ ਆ। ਸਾਰਾ ਦਿਨ ਤਾਂ ਐਸੀ ਕਰਦੀ ਆ, ਧੁੱਪੇ ਸਾਵੇਂ ਕੰਮ। ਬਸ ਕਰੋ ਦੀਦੀ, ਜਿੰਨਾ ਮੇਰੇ ਹਿੱਸੇ ਕੰਮ ਹੁੰਦਾ ਨਾ ਉਹਨਾਂ ਕੰਮ ਮੈਂ ਕਰਦੀ ਆ। ਨਹੀਂ ਰਹਿਣ ਦੇ ਦੇਖ ਲੈ ਤੇਰਾ ਕੰਮ ਕਰਨਾ। ਸਾਰੀ ਦਿਨ ਤੇ ਤੂੰ ਪੱਖਾ ਲਾ ਕੇ ਪਈ ਰਹਿਣੀ ਅੰਦਰ, ਵੱਡੀ ਕੰਮ ਕਰਨ ਵਾਲੀ ਆਈ ਹੈ ਇਹ। ਚੱਲ ਇਹਦੇ ਨਾਲ ਮੱਥਾ ਨਾ ਲੜਾ, ਇਹਨੂੰ ਤਾਂ ਭੋਰਾ ਕੰਮ ਨਹੀਂ ਸਿਖਾ ਕੇ ਭੇਜੀ ਇਹਦੇ ਮਾਪਿਓ ਨੇ। ਇੱਕ ਗੱਲ ਸੁਣ ਲਓ ਮੇਰੀ ਦੀਦੀ, ਮੇਰੇ ਮਾਪਿਓ ਤੱਕ ਨਹੀਂ ਪਹੁੰਚਣਾ ਹੈਗਾ। ਮੈਂ ਚੰਗੇ ਖਾਨਦਾਨ ਤੋਂ ਆਈ ਆ, ਔਰ ਖਾਨਦਾਨੀ ਤੁਸੀਂ ਕੀ ਗੱਲਾਂ ਕਰਦੇ ਹੋ? ਤੁਹਾਡੇ ਆਪਦੇ ਘਰ ਤੇ ਵਿਹਲੇ ਬੈਠੇ ਨੇ, ਜੋ ਵੀ ਕਮਾਉਂਦਾ ਮੇਰਾ ਘਰ ਵਾਲਾ ਕਮਾਉਂਦਾ, ਤੁਹਾਨੂੰ ਲਿਆ ਕੇ ਦਿੰਦਾ ਆ, ਤਾਂ ਘਰ ਚੱਲਦਾ ਆ। ਇਹ ਕੀ ਬੋਲ ਰਹੀ ਹੈ? ਤੁਹਾਨੂੰ ਨਹੀਂ ਪਤਾ ਮੇਰੇ ਨਾਲ ਕਿਹੋ ਜਿਹੀਆਂ ਗੱਲਾਂ ਕਰਦੇ ਪਏ ਨੇ। ਇਹ ਗੱਲਾਂ ਤੂੰ ਕਰਨ ਦੇ ਪਿੱਛੇ ਖੜਾ ਮੈਂ ਸਭ ਕੁਝ ਸੁਣ ਰਿਹਾ ਸੀ। ਤੁਸੀਂ ਉਹ ਸੁਣਿਆ ਜੋ ਇਹਨਾਂ ਨੇ ਮੈਨੂੰ ਕਿਹਾ ਆ? ਉਹ ਤੇਰੇ ਤੋਂ ਵੱਡੀਆਂ ਨੇ ਤੇ ਵੱਡਿਆਂ ਦੀ ਇੱਜ਼ਤ ਕਰਨਾ ਸਿੱਖ। ਇਹ ਕੀ ਬਕਵਾਸ ਕਰ ਰਹੀ ਉਹਨਾਂ ਨੂੰ? ਹੁਣ ਤਾਂ ਤੂੰ ਹੱਥ 'ਚ ਫੜਿਆ ਵਾ। ਜੇ ਮੈਂ ਫੋਨ ਹੱਥ 'ਚ ਫੜਿਆ ਤੇ ਮਤਲਬ ਇਹ ਨਹੀਂ ਹੈ ਕਿ ਮੈਂ ਵਿਹਲੀ ਆ। ਚੱਲ ਮਾਫੀ ਮੰਗ। ਮੈਂ ਉਹਨਾਂ ਤੋਂ ਮਾਫੀ ਕਿਉਂ ਮੰਗਾ ਜਦੋਂ ਮੈਂ ਉਹਨਾਂ ਨੂੰ ਕੋਈ ਮਾੜੀ ਚੰਗੀ ਗੱਲ ਆਖੀ ਨਹੀਂ ਆ? ਦੇਖ ਮੇਰੀ ਗੱਲ ਸੁਣ ਲੈ, ਚੁੱਪ ਕਰਕੇ ਨਾ ਮਾਫੀ ਮੰਗ ਲੈ। ਨਹੀਂ, ਮੈਂ ਇਹਨਾਂ ਤੋਂ ਬਿਲਕੁਲ ਮਾਫੀ ਨਹੀਂ ਮੰਗਣੀ ਆ। ਨਹੀਂ ਤੇ ਵੇਖ ਲੈ ਮੇਰੇ ਤੋਂ ਬੁਰਾ ਕੋਈ ਨਹੀਂ ਹੋਣਾ। ਮੈਂ ਤੁਹਾਨੂੰ ਆਖਿਆ ਨਾ, ਜਦੋਂ ਮੈਂ ਇਹਨਾਂ ਨੂੰ ਕੋਈ ਮਾੜੀ ਚੰਗੀ ਗੱਲ ਆਖੀ ਨਹੀਂ ਤੇ ਮੈਂ ਇਹਨਾਂ ਤੋਂ ਮਾਫੀ ਕਿਉਂ ਮੰਗਾ? ਮੇਰੇ ਸਾਹਮਣੇ ਨਾ ਕੁਛ ਤੂੰ ਬੋਲਣ ਰਹੀ ਆ। ਤੁਸੀਂ ਉਹ ਸੁਣਿਆ ਜੋ ਇਹ ਮੈਨੂੰ ਕਹਿੰਦੇ ਪਏ ਨੇ? ਇਹ ਮੇਰੇ ਖਾਨਦਾਨ ਤੱਕ ਪੁੱਜੇ ਨੇ। ਤੂੰ ਮੰਗਦੀ ਤੇ ਨਹੀਂ ਮਾਫੀ? ਨਹੀਂ ਮੰਗਦੀ ਆ। ਜਾ ਬਾਬੀ ਕੰਮ ਕਰੋ ਤੁਸੀਂ ਆਪਣਾ। ਰਾਜਵੀਰ ਨੂੰ ਸਮਝਾ ਯਾਰ। ਭਾਜੀ ਤੁਹਾਨੂੰ ਕਿੰਨੀ ਵਾਰੀ ਸਮਝਾਇਆ, ਤੁਸੀਂ ਰੋਜ਼ ਲੜਦੇ ਰਹਿੰਦੇ। ਜੇ ਨਹੀਂ ਭੈਣ ਨਾਲ ਰਹਿਣਾ ਚਾਹੁੰਦੀ ਤੁਸੀਂ ਵੱਖਰੇ ਹੋ ਜਾਓ। ਮੇਰੀ ਗੱਲ ਸੁਣ, ਘਰ 'ਚ ਲੜਾਈਆਂ ਝਗੜੇ ਤਾਂ ਹੁੰਦੇ ਰਹਿੰਦੇ ਯਾਰ। ਕਿਸ ਘਰ 'ਚ ਲੜਾਈ ਝਗੜਾ ਨਹੀਂ ਹੁੰਦਾ? ਪਰ ਇਹਦਾ ਵੀ ਦਿਮਾਗ ਸੈੱਟ ਨਹੀਂ ਹੈਗਾ। ਇਹ ਬਿਨਾਂ ਮਤਲਬ ਤੋਂ ਇਹ ਵੀ ਲੜਦੀ ਮੇਰੇ ਨਾਲ। ਇਹਨੂੰ ਕੋਈ ਚੁੱਪ ਕਰਕੇ ਅੰਦਰ ਚੱਲ ਦੇਣ ਬੱਚੇ ਨੂੰ ਮੇਰੇ ਕੋਲ। ਮੈਂ ਤੁਹਾਨੂੰ ਕਿਹਾ ਛੱਡੋ ਮੇਰਾ ਬੱਚਾ। ਵੀਰ, ਮੈਂ ਇਸ ਬੰਦੇ ਤੋਂ ਬਹੁਤ ਸਤੀ ਹੋਈ ਆ। ਮੈਂ ਇਸ ਬੰਦੇ ਨਾਲ ਬਿਲਕੁਲ ਨਹੀਂ ਰਹਿਣਾ ਚਾਹੁੰਦੀ। ਇਹ ਬੰਦਾ ਮੇਰੇ ਨਾਲ ਨਿੱਕੀ ਨਿੱਕੀ ਗੱਲਾਂ ਤੋਂ ਲੜਾਈਆਂ ਕਰਦਾ ਆ, ਆਪਣੀਆਂ ਭਰਾ ਤੇ ਆਪਣੀ ਭਰਜਾਈਆਂ ਦੀਆਂ ਗੱਲਾਂ ਸੁਣਦਾ ਆ। ਮੈਂ ਇਸ ਬੰਦੇ ਨਾਲ ਬਿਲਕੁਲ ਨਹੀਂ ਰਹਿਣਾ। ਤੁਸੀਂ ਮੈਨੂੰ ਲੈ ਕੇ ਚੱਲੋ ਇੱਥੋਂ। ਮੇਰੀ ਗੱਲ ਤਾਂ ਸੁਣ। ਉਹ ਕੀ ਹੈ, ਤੈਨੂੰ ਬੜਾ ਸਾਵਾ ਸਾਰੀ ਨਹੀਂ ਹੈ। ਸਾਰ ਵਾਲੇ ਗੱਗੀ ਦਾ ਫੋਨ ਆਏਗਾ। ਹਾਂ ਆਪਣੇ ਜੀਤ ਦਾ ਐਕਸੀਡੈਂਟ ਹੋ ਗਿਆ। ਆਹ ਦੇਖੋ ਫੋਟੋ ਭੇਜੀ ਨਾ ਉਹਨੇ ਮੈਨੂੰ। ਕਿੱਦਾਂ ਕਰਨੀ ਵਾਲੇ ਹੁਣ ਪਾਪਾ ਨੂੰ ਜਾਣਾ ਪੈਣਾ। ਘਬਰਾਉਣ ਦੀ ਕੋਈ ਲੋੜ ਨਹੀਂ, ਉਹਦੇ ਦੋਸਤ ਹੈਗੇ ਆ, ਉਹਨਾਂ ਨੇ ਦਾਖਲ ਕਰਾਤਾ ਹੋਣਾ। ਪਰ ਭਾਬੀ ਆਪਾਂ ਨੂੰ ਜਾਣਾ ਤਾਂ ਪੈਣਾ ਹੀ ਆ। ਨਾਲ ਮੈਂ ਬੈਂਕ ਤੋਂ ਪੈਸੇ ਕਢਾ ਲੈਣਾ, ਉਹਦੇ ਇਲਾਜ ਦੀ ਜ਼ਰੂਰਤ ਪੈ ਸਕਦੀ ਆ। ਇੰਨੇ ਚਿਰ ਜਾਣ ਦੀ ਲੋੜ ਨਹੀਂ, ਕੱਲ ਨੂੰ ਜਾਇਓ ਪੂਰੀ ਤਿਆਰੀ ਨਾਲ। ਕੋਈ ਲੋੜ ਨਹੀਂ ਪੈਸੇ ਪੂਸੇ ਕਢਾਉਣ ਦੀ, ਹੈਗੇ ਉਹਦੇ ਅਕਾਊਂਟ 'ਚ ਬਥੇਰੇ। ਜਦੋਂ ਖਤਮ ਹੋ ਜਾਣਗੇ ਨਾ ਫਿਰ ਦੇਖਾਂਗੇ। ਹੁਣ ਤੁਸੀਂ ਭਾੜੇ ਕਿਰਾਏ ਜੋਗੇ ਲੈ ਲਓ ਕੋਲ। ਗੋਪੀ ਭਾਬੀ ਫੋਨ ਕਰੋ ਯਾਰ, ਉਹਨੂੰ ਵਾਈਫ ਨੂੰ ਫੋਨ ਕਰੋ ਯਾਰ। ਫੋਨ ਆਉਣਾ ਹੀ ਮਨਪ੍ਰੀਤ ਨੂੰ। ਉਹਨੂੰ ਦੱਸਿਆ ਕਿ ਨਹੀਂ ਕਿ ਮੇਰਾ ਐਕਸੀਡੈਂਟ ਹੋ ਗਿਆ ਵਾ, ਮੈਂ ਠੀਕ ਨਹੀਂ ਹੈਗਾ। ਮੇਰੀ ਗੱਲ ਕਰਾਓ ਯਾਰ ਉਹਦੇ ਨਾਲ, ਫੋਨ ਲਾਓ ਉਹਨੂੰ। ਮੇਰੀ ਵਾਈਫ ਨੂੰ ਫੋਨ ਕੀਤਾ, ਉਹਨੂੰ ਦੱਸਿਆ ਕਿ ਐਕਸੀਡੈਂਟ ਹੋਇਆ। ਇਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ। ਅੱਜ ਭਾਬੀ ਨੂੰ ਪੁੱਛ ਲਾ। ਸੁਣ ਲਈ ਗੱਲ ਇਹਦੀ। ਭਾਬੀ ਜੀ ਫੋਨ ਨਹੀਂ ਕੀਤਾ ਵਾਈਫ ਮੇਰੀ ਨੂੰ। ਜੀਤ ਮੈਂ ਫੋਨ ਕਰਿਆ ਸੀਗਾ, ਉਹ ਕਹਿੰਦੀ ਮੈਂ ਕੀ ਲੈਣਾ, ਮੇਰੇ ਭਾਵੇਂ ਤਾਂ ਜੀਵੇ ਚਾਹੇ ਮਰੇ। ਹੁਣ ਕਿੰਨੀ ਵਾਰੀ ਫੋਨ ਲਾਇਆ ਭਾਈ, ਹੁਣ ਉਹਨੇ ਚੱਕਿਆ ਹੈ ਨਹੀਂਗਾ।
ਲਾਉਣਾ ਪਾਉਣਾ। ਗੋਪੀ ਓਏ, ਓ ਯਾਰ ਮੇਰਾ ਵੀ ਹਾਲ ਪੁੱਛ ਲੋ। ਤੂੰ ਮੈਨੂੰ ਬਾਥਰੂਮ ਆਇਆ, ਬਾਥਰੂਮ ਕਰਾ ਦੋ ਆਣ ਕੇ। ਬਹੁਤ ਬੁਰਾ ਹਾਲ ਹੈ, ਨਹੀਂ ਤਾਂ ਵਿੱਚੇ ਨਿਕਲ ਜਾਣਾ ਯਾਰ। ਓਏ ਆ ਜਾਓ ਲਾਡੀ, ਓ ਲਾਡੀ ਓਏ। ਓਏ ਆਏ ਸਭ ਨੂੰ ਆਪੋ ਆਪਣੀ ਪਈ ਹੈ। ਹਾਏ ਰੱਬਾ, ਓਹ ਚਲੋ ਕੋਈ ਗੱਲ ਨਹੀਂ, ਕਿੱਥੇ ਲੈ ਕੇ ਲਿਆਉਣ ਮੈਨੂੰ? ਹੁਣ ਕੀ ਫਾਇਦਾ ਲੈ ਕੇ ਜਾਣ ਦਾ? ਅਰੇ ਆ ਜਾ ਬਾਥਰੂਮ ਕੀ ਫਾਇਦਾ ਲੈ ਕੇ ਜਾਣ ਦਾ? ਉਹ ਬਾਥਰੂਮ ਤੋਂ ਮੇਰੇ ਨਿਕਲ ਗਿਆ, ਹੁਣ ਕਿੱਥੇ ਲੈ ਗਏ ਹੋ? ਉਹ ਕਰ ਲੈਗਾ, ਛੱਡੋ ਬਣਾ। डॉक्टर साहब आ लो पानी। ਗੋਪੀ ਕਮਾਲ ਦੇ ਬੰਦੇ ਹੋ ਯਾਰ ਤੁਸੀਂ। ਇੱਕ ਹਫ਼ਤਾ ਤੁਹਾਨੂੰ ਪਹਿਲਾਂ ਕਹਿ ਕੇ ਗਿਆ ਸੀ ਕਿ ਜੀਤ ਦੀ ਕੰਡੀਸ਼ਨ ਬਹੁਤ ਮਾੜੀ ਹੈ, ਇਹਨੂੰ ਹਸਪੀਟਲ 'ਚ ਦਾਖਲ ਕਰਵਾਉਣਾ ਹੈ, ਤੇ ਤੁਸੀਂ ਇਹਨੂੰ ਅਜੇ ਤੱਕ ਇੱਕ ਹਫ਼ਤਾ ਹੋ ਗਿਆ ਘਰੇ ਹੀ ਲੈ ਕੇ ਬੈਠੇ ਹੋ। ਆਪਣੇ ਤਾਂ ਹੱਥ ਖੜੇ ਨੇ। ਤੁਹਾਨੂੰ ਪਤਾ ਅਜੀਤ ਦੇ ਇਲਾਜ ਵਾਸਤੇ ਪਹਿਲਾਂ ਹੀ ਸਿਰ ਬਹੁਤ ਕਰਜ਼ਾ ਚੜ ਗਿਆ। ਪੈਸੇ ਵੀ ਇਕੱਠੇ ਕਰਨ ਦੀ ਬੜੀ ਕੋਸ਼ਿਸ਼ ਕੀਤੀ ਆ, ਪਰ ਨਹੀਂ ਹੋ ਪਾਇਆ। ਡਾਕਟਰ ਸਾਹਿਬ ਅਸੀਂ ਜਿੰਨੇ ਜੋਗੇ ਹੈਗੇ ਆ ਘਰੇ ਹੀ ਸੇਵਾ ਕਰ ਰਹੇ ਆ, ਸੇਵਾ ਕਰਾਂਗੇ ਘਰੇ ਹੀ ਅਸੀਂ ਬਿਠਾ ਕੇ ਉਹਨੂੰ। ਬਾਕੀ ਸਾਡੇ ਆਂਢ ਗੁਆਂਢ ਨੂੰ ਪੁੱਛ ਲਓ ਅਸੀਂ ਕਿੰਨੀ ਸੇਵਾ ਕਰਦੇ ਹਾਂ ਉਹਦੀ। ਚਲੋ ਠੀਕ ਹੈ, ਫਿਰ ਤੁਹਾਡੀ ਮਰਜ਼ੀ ਹੈ। ਮੈਂ ਇਸ ਤੋਂ ਵੱਧ ਕੁਝ ਨਹੀਂ ਕਰ ਸਕਦਾ। ਮੈਂ ਤੇ ਹੁਣ ਦਵਾਈ ਦੇ ਰਿਹਾ, ਰੂਟੀਨ 'ਚ ਦਵਾਈ ਦੇ ਰਿਹਾ। ਆ ਲਓ, ਆ ਸਵੇਰੇ ਸ਼ਾਮ ਦੋਨੋਂ ਟੈਬਲੇਟ ਨੇ, ਇਹਨਾਂ 'ਚੋਂ ਇੱਕ ਇੱਕ ਟੈਬਲੇਟ ਦਿੰਦੇ ਰਹੋ ਇਹਨਾਂ ਨੂੰ ਰੂਟੀਨ 'ਚ। ਥੋੜਾ ਖਿਆਲ ਰੱਖਿਓ, ਕੇਅਰ ਰੱਖਿਓ। ਠੀਕ ਹੈ ਡਾਕਟਰ। हाँ जीत सिया, की हाल है तेरा? ਹਾਲ ਤੁਹਾਨੂੰ ਪਤਾ ਹੀ ਹੈ ਡਾਕਟਰ ਸਾਹਿਬ। ਮੇਰੀ ਤੇਰੀ ਫੈਮਿਲੀ ਵਾਲਿਆਂ ਨਾਲ ਗੱਲ ਹੋਈ ਹੈ, ਉਹ ਤੇਰਾ ਇਲਾਜ ਘਰ 'ਚ ਰੱਖ ਕੇ ਕਰਨਾ ਚਾਹੁੰਦੇ ਨੇ। ਸਭ ਜਾਣਦਾ ਮੈਂ, ਪਤਾ ਮੈਨੂੰ ਕਿਉਂ ਮੇਰਾ ਇਲਾਜ ਨਾ ਇੱਥੇ ਘਰ 'ਚ ਕਿਉਂ ਕਰਾਉਣਾ ਚਾਹੁੰਦੇ ਨੇ। ਪਤਾ ਮੈਨੂੰ। ਇਸ ਦਾ ਮਤਲਬ ਤੈਨੂੰ ਇਹ ਸਾਰੀ ਸੱਚਾਈ ਪਤਾ ਲੱਗ ਗਈ ਹੈ ਕਿ ਉਹ ਤੈਨੂੰ ਨਹੀਂ ਪੈਸਿਆਂ ਨੂੰ ਜ਼ਿਆਦਾ ਵੈਲਿਊ ਦੇ ਰਹੇ ਨੇ। ਸਹੀ ਗੱਲ ਹੈ। ਕਲਯੁਗ ਹੈ, ਜਦੋਂ ਮੈਂ ਕਮਾਉਂਦਾ ਸੀ ਉਦੋਂ ਮੇਰੇ ਅੱਗੇ ਪਿੱਛੇ ਫਿਰਦੇ ਸੀ, ਤੇ ਹੁਣ ਮੇਰੇ ਤੇ ਮਾੜਾ ਟਾਈਮ ਆਇਆ ਵਾ। ਕੀ ਕਹਿ ਸਕਦੇ ਆ। ਚੱਲ ਛੱਡ, ਦਿਲ ਹੌਲਾ ਨਾ ਕਰ, ਉਸ ਪਰਮਾਤਮਾ ਤੇ ਭਰੋਸਾ ਰੱਖ। ਮੈਂ ਤੈਨੂੰ ਇੱਕ ਸਲਾਹ ਦਿੰਦਾ ਵਾਂ, ਗੁਰੂ ਘਰ ਜਾਇਆ ਕਰ ਸਵੇਰੇ ਸ਼ਾਮ। ਉਹ ਪਰਮਾਤਮਾ ਜਿਹੜਾ ਹੈ ਨਾ, ਉਹ ਸਾਰਿਆਂ ਦੀ ਅਰਦਾਸ ਸੁਣਦਾ ਹੈ। ਗੁਰਬਾਣੀ ਨਾਲ ਜੁੜ, ਸਵੇਰੇ ਸ਼ਾਮ ਪਾਠ ਕਰਿਆ ਕਰ। ਪਰਮਾਤਮਾ ਦੇ ਅੱਗੇ ਕੀਤੀ ਅਰਦਾਸ ਕਦੇ ਜਿਹੜੀ ਖਾਲੀ ਨਹੀਂ ਜਾਂਦੀ। ਸਾਡੇ ਨਾਲੋਂ ਵੱਡਾ ਡਾਕਟਰ ਜਿਹੜਾ ਨਾ, ਉਹ ਪਰਮਾਤਮਾ ਹੈ। ਜਿੱਥੇ ਸਾਡੀ ਦਵਾਈ ਕੰਮ ਨਹੀਂ ਨਾ ਕਰਦੀ, ਉੱਥੇ ਉਹ ਪਰਮਾਤਮਾ ਅੱਗੇ ਦੁਆ ਕੀਤੀ ਕੰਮ ਕਰਦੀ ਹੈ। ਇਸ ਕਰਕੇ ਤੂੰ ਹੌਸਲਾ ਰੱਖ, ਉਹ ਪਰਮਾਤਮਾ ਤੇ ਭਰੋਸਾ ਰੱਖ, ਉਹ ਕੋਈ ਨਾ ਕੋਈ ਜ਼ਰੂਰ ਹੀਲਾ ਵਸੀਲਾ ਕਰੇਗਾ। ਠੀਕ ਹੈ,
ਹਾਂ ਮੈਂ ਦਵਾਈ ਦੇ ਚੱਲਿਆ ਤੇਰੇ ਘਰਦਿਆਂ ਨੂੰ। ਹਾਂਜੀ ਉਹ ਸਵੇਰੇ ਸ਼ਾਮ ਆਪਣੀ ਟਾਈਮ ਟੂ ਟਾਈਮ ਦਵਾਈ ਲੈਂਦਾ ਰਹੀਂ ਤੇ ਆਪਣਾ ਖਿਆਲ ਰੱਖੀ। ਠੀਕ ਹੈ ਡਾਕਟਰ ਸਾਹਿਬ, ਚੱਲ ਠੀਕ ਹੈ ਫਿਰ ਮੈਂ ਚੱਲਦਾ। ਬਹੁਤ ਬਹੁਤ ਧੰਨਵਾਦ। ਖਿਆਲ ਰੱਖੀ ਆਪਣਾ। ਸਤਨਾਮ ਵਾਹਿਗੁਰੂ ਜੀ, ਸਤਨਾਮ ਵਾਹਿਗੁਰੂ ਜੀ। ਇਹ ਸੱਚੇ ਪਾਤਸ਼ਾਹ ਵਾਹਿਗੁਰੂ ਮਿਹਰ ਕਰੋ, ਮਿਹਰ ਕਰੋ ਮੇਰੇ ਤੇ। ਇਹ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਮੇਰੇ ਤੇ ਮਿਹਰ ਭਰਿਆ ਹੱਥ ਰੱਖੋ, ਮਿਹਰ ਕਰੋ ਮੇਰੇ ਤੇ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਵੀ ਸੱਚ ਸੋਚਾਂ ਸੋਚਣਾ ਹੋਵੇ ਜੇ ਸੋਚੀ ਲਖਵਾ। ਉਹ ਜੀਤ ਉਹ ਚੱਲ ਉੱਠ, ਪਹਿਲਾਂ ਤੇਰਾ ਸਿਆਪਾ ਕਰਾਂ, ਮੁੜ ਕੇ ਆਰਾਮ ਕਰਦੇ ਤੰਗ ਕਰੇਗਾ। ਚਲ ਉੱਠ, ਤੈਨੂੰ ਪਿਸ਼ਾਬ ਪਿਸ਼ੂਬ ਕਰਾ ਦੇਵਾਂ। ਆਪ ਹੀ ਕਰ ਲੂ ਉੱਠ ਕੇ, ਹੁਣ ਤਾਂ ਚੰਗਾ ਭਲਾ ਠੀਕ ਹੈ ਇਹ। ਆ ਲਓ ਪਾਣੀ, ਤੁਸੀਂ ਆਪਦਾ ਆਰਾਮ ਕਰੋ ਜਾ ਕੇ ਅੰਦਰ। ਲਾਡੀ ਵੀਰੇ ਤੁਸੀਂ ਆਰਾਮ ਕਰੋ, ਮੈਂ ਠੀਕ ਆ, ਮੈਂ ਜਾਊਂਗਾ ਬਾਥਰੂਮ ਆਪ ਹੀ। ਜਾਓ ਤੁਸੀਂ ਥੱਕੇ ਆਏ ਹੋ, ਆਰਾਮ ਕਰੋ। ਚੱਲ ਦੇਖ ਲਾ, ਮਰਜ਼ੀ ਆ ਤੇਰੀ।
ਵਾਹ ਵਾਹ ਗੁਰੂ ਵਾਹਿਗੁਰੂ ਵਾਹਿਗੁਰੂ और ढीला है थे ਗੁਰੂ और तुम्हें रोटी खाती कि नहीं ਗੁਰੂ ओहो ਵਾਹਿਗੁਰੂ आजकल तो सिस्टम ही चेंज हो गया ਗੁਰੂ ये हो बाबा जी ਗੁਰੂ ਵਾਹਿਗੁਰੂ उधर ही चल रहे हैं ਵਾਹਿਗੁਰੂ 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 ਆਈ ਜੀ ਪਹਿਲਾਂ ਤਾਂ ਇਹਦਾ ਸਿਆਪਾ ਕਰ ਲਾ ਆਲਾ ਝੁਲਸ ਲਾ ਰੋਟੀ ਖਾ ਲੈ ਜੀ ਤਾਂ ਤੇ ਚਮਤਕਾਰ ਹੋ ਗਿਆ ਤੇਰੀ ਰਿਪੋਰਟ ਤਾਂ ਬਿਲਕੁਲ ਠੀਕ ਆਈ ਹੈ ਹੁਣ ਤੈਨੂੰ ਘਬਰਾਉਣ ਦੀ ਲੋੜ ਨਹੀਂ ਤੈਨੂੰ ਕਿਸੇ ਦਵਾਈ ਦੀ ਲੋੜ ਨਹੀਂ ਬਿਲਕੁਲ ਠੀਕ ਹੋ ਗਿਆ ਤੂੰ ਤੈਨੂੰ ਮੈਂ ਕਿਹਾ ਸੀ ਨਾ ਮੈਂ ਤੇ ਕਾਮ ਜਿਹਾ ਡਾਕਟਰ ਹਾਂ ਉਹ ਪਰਮਾਤਮਾ ਇਸ ਤੋਂ ਵੀ ਵੱਡਾ ਡਾਕਟਰ ਹੈ ਉਹ ਵੀ ਕਿਰਪਾ ਤੇਰੇ ਤੇ ਬਸ ਹੁਣ ਗੁਰੂ ਘਰ ਜਾਇਆ ਕਰ ਪਰਮਾਤਮਾ ਨੇ ਤੈਨੂੰ ਠੀਕ ਕੀਤਾ ਚੱਲ ਠੀਕ ਹੈ ਮੈਂ ਚੱਲਦਾ ਹੁਣ ਗੁਰੂ ਘਰ ਜਾਇਆ ਕਰ ਬਸ ਠੀਕ ਹੈ मम्मी दवाई देती जी तू हैगी भी है कि नहीं नहीं तो मुझे रोटी खानी हराम कर देनी है ਇਹ ਦਵਾਈ ਤਾਂ ਇਹਦੀ ਹੈਗੀ ਆ ਪਰ ਡਾਕਟਰ ਆਇਆ ਸੀ ਉਹ ਕਹਿੰਦੇ ਦਵਾਈ ਦੀ ਲੋੜ ਨਹੀਂ ਆ ਇਹ ਬਿਲਕੁਲ ਠੀਕ ਆ ਗੋਪੀ ਵੀਰ ਜੀ ਮੈਨੂੰ ਹੁਣ ਦਵਾਈ ਦੀ ਲੋੜ ਨਹੀਂ कमाल है इधर मर्जी तो जीत किथे है ਮੈਂ ਵੀ ਤੁਹਾਡੇ ਨਾਲ ਜੀਤ ਬਾਰੇ ਹੀ ਗੱਲ ਕਰਨੀ ਆ ਤੁਹਾਨੂੰ ਨਹੀਂ ਲੱਗਦਾ ਜੀ ਚ ਕਿੰਨਾ ਬਦਲਾਅ ਆ ਗਿਆ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਕਰਦਾ ਰਹਿੰਦਾ ਮੈਂ ਉਹਨੂੰ ਕਿੰਨਾ ਬੁਰਾ ਭਲਾ ਬੋਲਦੀ ਰਹਿੰਦੀ ਆ ਫਿਰ ਵੀ ਉਹ ਚੂੰ ਤੱਕ ਨਹੀਂ ਕਰਦਾ ये गल तो मैं नहीं सोची पहला जो कभी गुरुद्वारे जाता नहीं सी पर हुण तो सवेरे शाम गुरुद्वारे तो जा दिंदा ਉਹ ਇਹ ਵੀ ਤਾਂ ਹੈਰਾਨੀ ਵਾਲੀ ਗੱਲ ਆ ਡਾਕਟਰ ਤਾਂ ਕਹਿੰਦਾ ਸੀ ਇਹਦੇ ਬਚਣ ਦਾ ਕੋਈ ਚਾਂਸ ਨਹੀਂ ਕੋਈ ਉਹਦੀ ਏਡੀ ਵੱਡੀ ਬਿਮਾਰੀ ਵੀ ਠੀਕ ਹੋ ਗਈ ਤੇ ਉਹ ਤੁਰਨ ਵੀ ਲੱਗ ਪਿਆ ਆ ਤਾਂ ਚੰਗਾ ਹੋ ਗਿਆ ਅਸੀਂ ਹਸਪੀਟਲਾਂ ਦੇ ਚੱਕਰਾਂ ਤੋਂ ਵੀ ਬਚ ਗਏ ਨਾਲੇ ਸਾਡਾ 10 ਲੱਖ ਵੀ ਬਚ ਗਿਆ ਨਾਲੇ ਇੱਜ਼ਤ ਰਹੇਗੀ ਨਾਲੇ ਲੋਕਾਂ ਨੂੰ ਮੂੰਹ ਦਿਖਾਉਣ ਜੋਗੇ ਰਹੇਗੇ बस यही ਤੁਹਾਡੀ ਗੱਲ ਮਾਰੀ ਆ ਤੁਹਾਨੂੰ ਚੰਗੇ ਵੇਲੇ ਵਕਤ ਦੀ ਪਹਿਚਾਨ ਨਹੀਂ ਹੈਗੀ ਤੁਹਾਨੂੰ ਤਾਂ ਸਿਰਫ ਪੈਸਾ ਚਾਹੀਦਾ ਪੈਸਾ
ਤੁਹਾਡੇ ਦੋਵਾਂ ਦੇ ਕਾਰਨ ਹੀ ਨਾ ਸਾਡੇ ਭਰਾਵਾਂ ਵਿੱਚ ਵਿਥ ਪੈ ਗਈ ਹੈ। ਅਸੀਂ ਤਾਂ ਭਾਬੀਆਂ ਸੀ, ਤੁਸੀਂ ਤਾਂ ਫਿਰ ਵੀ ਭਰਾ ਸੀ। ਤੁਸੀਂ ਦੇਖਣਾ ਸੀ ਉਹਨਾਂ ਦਾ ਚੰਗਾ ਮਾੜਾ। ਇਹ ਗੱਲ ਤੇ ਮਿੱਟੀ ਪਾਓ। ਸੱਚੇ ਪਾਤਸ਼ਾਹ ਵਾਹਿਗੁਰੂ ਨੇ ਜੀਤ ਨੂੰ ਬਿਲਕੁਲ ਠੀਕ ਕਰਤਾ। ਹੁਣ ਇਹ ਸੋਚੋ ਵੀ ਆਪਾਂ ਜੀਤ ਲਈ ਅੱਗੇ ਕੀ ਕਰ ਸਕਦੇ ਹਾਂ। ਕਰ ਸਕਦੇ ਆ, ਕਿਉਂ ਨਹੀਂ ਕਰ ਸਕਦੇ? ਜੀਤ ਸਾਡੇ ਹਰ ਚੰਗੇ ਮਾੜੇ ਥਾਂ ਖੜਿਆ। ਤੂੰ ਇਦਾਂ ਕਰ, ਜੀਤ ਦੀ ਘਰ ਦੀ ਨੂੰ ਫੋਨ ਕਰ ਤੇ ਉਹਨੂੰ ਘਰੇ ਬੁਲਾ ਠੀਕ ਹੈ ਜੀ, ਮੈਂ ਹੁਣੀ ਫੋਨ ਕਰਦੀ। ਤੇ ਅਸੀਂ ਜੀਤ ਨੂੰ ਲੱਭ ਕੇ ਲੈ ਕੇ ਆਉਂਦੇ ਆ। ਠੀਕ ਹੈ। ਆ ਲੈ ਫੜ ਚੱਲ ਲਾਡੀ, ਹਾਂਜੀ। ਜੀ ਨੂੰ ਲੈ ਕੇ ਆਉਂਦੇ। ਵਾਹਿਗੁਰੂ 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 ਵਾਹਿਗੁਰੂ। ਹਾਂ ਕੋਈ ਗੱਲ ਨਹੀਂ। ਵਾਹਿਗੁਰੂ 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 ਵਾਹਿਗੁਰੂ। ਜੀਤ ਤੂੰ ਇੱਥੇ ਬੈਠਾ, ਅਸੀਂ ਤੈਨੂੰ ਘਰੋਂ ਲੱਭਦੇ ਆਏ। ਸਾਡੇ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ ਜੀਤ, ਸਾਨੂੰ ਇਦਾਂ ਨਹੀਂ ਸੀ ਕਰਨਾ ਚਾਹੀਦਾ। ਤੂੰ ਤਾਂ ਸਾਡਾ ਹਰ ਔਖੇ ਵੇਲੇ ਸਾਥ ਦਿੱਤਾ, ਪਰ ਜਦੋਂ ਤੇਰੇ ਤੇ ਔਖੀ ਬਣੀ ਅਸੀਂ ਤਾਂ ਤੇਰਾ ਸਾਥ ਵੀ ਨਹੀਂ ਦੇ ਸਕੇ। ਤੇ ਬਲਕਿ ਅਸੀਂ ਤੈਨੂੰ ਇੱਕ ਝੂਠ ਬੋਲਿਆ। ਤੂੰ ਹਰ ਵਕਤ ਕਹਿੰਦਾ ਰਿਹਾ ਮੇਰੀ ਘਰ ਵਾਲੀ ਨੂੰ ਫੋਨ ਕਰ ਦਿਓ, ਫੋਨ ਕਰ ਦਿਓ, ਪਰ ਅਸੀਂ ਉਹ ਵੀ ਨਹੀਂ ਕੀਤਾ। ਸ਼ਾਇਦ ਅਸੀਂ ਫੋਨ ਕਰ ਦਿੰਦੇ ਤੇ ਉਹ ਆ ਕੇ ਤੇਰਾ ਔਖੇ ਵੇਲੇ ਸਾਥ ਦਿੰਦੇ, ਜੋ ਅਸੀਂ ਨਹੀਂ ਦੇ ਸਕੇ। ਜੇ ਅਸੀਂ ਸਾਥ ਨਹੀਂ ਦਿੱਤਾ, ਉਸ ਪਰਮਾਤਮਾ ਨੇ ਤਾਂ ਤੇਰਾ ਪੂਰਾ ਸਾਥ ਦਿੱਤਾ ਕਿ ਤੂੰ ਜਲਦੀ ਠੀਕ ਹੋ ਗਿਆ। ਅਸੀਂ ਇਸ ਕਰਕੇ ਤੇਰੇ ਕੋਲੋਂ ਮਾਫੀ ਮੰਗਣ ਆਏ ਹਾਂ। ਸਾਨੂੰ ਮਾਫ ਕਰ ਦੇ ਛੋਟੇ ਵੀਰ, ਸਾਡੇ ਤੋਂ ਗਲਤੀ ਹੋਈ। ਤੁਹਾਨੂੰ ਮਾਫੀ ਮੰਗਣ ਦੀ ਲੋੜ ਨਹੀਂ ਹੈ। ਨਾਨਕ ਦੁਖੀਆ ਸਭ ਸੰਸਾਰ, ਦੁੱਖ ਸੁੱਖ ਤਾਂ ਜ਼ਿੰਦਗੀ ਚ ਆਉਂਦੇ ਜਾਂਦੇ ਰਹਿੰਦੇ ਨੇ, ਪਰ ਸਾਨੂੰ ਕਦੀ ਨਾ ਹਿੰਮਤ ਨਹੀਂ ਹਾਰਨੀ ਚਾਹੀਦੀ। ਤੁਸੀਂ ਮੇਰੇ ਭਰਾ ਹੋ ਤੇ ਭਰਾ ਭਰਾ ਦੀਆਂ ਬਾਹਾਂ ਹੁੰਦੀਆਂ ਨੇ, ਤੇ ਜੇ ਬਾਹਾਂ ਟੁੱਟ ਜਾਣ ਤਾਂ ਬੰਦਾ ਕਿਸੇ ਕੰਮ ਦਾ ਨਹੀਂ ਰਹਿੰਦਾ। ਮੈਂ ਮੰਨਦਾ ਕਿ ਤੁਸੀਂ ਮੈਨੂੰ ਬਹੁਤ ਕੁਝ ਬੋਲਦੇ ਰਹੇ, ਭਾਬੀਆਂ ਵੀ ਬੋਲਦੀਆਂ ਰਹੀਆਂ, ਮੇਰੀ ਘਰ ਵਾਲੀ ਨੂੰ ਵੀ ਬੋਲਦੇ ਰਹੇ, ਪਰ ਸਾਡੀ ਗਲਤੀ ਇਹ ਸੀ ਕਿ ਅਸੀਂ ਆਪਣੇ ਆਪ ਨੂੰ ਸ਼ਾਂਤ ਨਹੀਂ ਰੱਖ ਪਾਏ। ਤੇ ਜਿਸ ਦਿਨ ਦਾ ਮੈਂ ਆਪਣੇ ਆਪ ਨੂੰ ਗੁਰਬਾਣੀ ਨਾਲ ਜੋੜਿਆ ਨਾ, ਉਸ ਦਿਨ ਦਾ ਮੈਂ ਆਪਣੇ ਮਨ ਨੂੰ ਸ਼ਾਂਤ ਰੱਖਣਾ ਸਿੱਖ ਲਿਆ। ਮਨ ਜੀਤੇ ਜਗ ਜੀਤ। ਕਹਿੰਦੇ ਨੇ ਜਿਸ ਬੰਦੇ ਨੇ ਆਪਣੇ ਮਨ ਤੇ ਕਾਬੂ ਕਰ ਲਿਆ ਨਾ, ਉਸਨੇ ਸਾਰੀ ਦੁਨੀਆ ਨੂੰ ਜਿੱਤ ਲਿਆ। ਦੁੱਖ ਦਰਦ ਤਕਲੀਫਾਂ ਤਾਂ ਜ਼ਿੰਦਗੀ 'ਚ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਪਰ ਸਾਨੂੰ ਕਦੀ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ। ਹਮੇਸ਼ਾ ਉਸ ਰੱਬ ਨੂੰ ਯਾਦ ਰੱਖਣਾ ਚਾਹੀਦਾ ਹੈ, ਤੇ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਹਮੇਸ਼ਾ ਸਾਥ ਦਿੰਦਾ ਹੈ। ਮੈਂ ਉਹਦੀ ਵਜ੍ਹਾ ਨਾਲ ਠੀਕ ਹੋਇਆ। ਜੋ ਵੀ ਹੋ ਰਿਹਾ ਉਹਦੀ ਮਰਜ਼ੀ ਨਾਲ ਹੀ ਹੋ ਰਿਹਾ। ਅਜੀਤ, ਤੇਰੇ ਵਾਸਤੇ ਇੱਕ ਹੋਰ ਵੀ ਖੁਸ਼ਖਬਰੀ ਹੈ। ਬੇਸ਼ੱਕ ਤੇਰੀਆਂ ਭਾਬੀਆਂ ਨੇ ਤੇਰੇ ਨਾਲ ਚੰਗਾ ਸਲੂਕ ਤਾਂ ਨਹੀਂ ਕੀਤਾ, ਪਰ ਉਹਨਾਂ ਨੇ ਫੋਨ ਕਰਕੇ ਤੇਰੀ ਵਾਈਫ ਨੂੰ ਘਰੇ ਬੁਲਾ ਲਿਆ ਤੇ ਉਹ ਤੇਰਾ ਘਰ ਦੇ ਵਿੱਚ ਇੰਤਜ਼ਾਰ ਕਰ ਰਹੀ ਆ। ਚੱਲ ਘਰ ਚੱਲੀਏ ਛੋਟੇ ਵੀਰ। ਚਲ ਉੱਠ ਚੱਲੀਏ। ਵਾਹਿਗੁਰੂ ਵਾਹਿਗੁਰੂ, ਇਹ ਵੀ ਉਹਦੀ ਮਰਜ਼ੀ ਹੈ। ਚੱਲ ਉੱਠ ਘਰ ਚੱਲੀਏ।
ठीक है मेरे पुत्र, जब पापा वास्ते ना माई लेके आओ, जाओ माई लेके आओ अंदर रसोई च, जाओ क्या लेके आओ। ਤੁਹਾਡੇ ਨਾਲ ਐਡਾ ਵੱਡਾ ਹਾਦਸਾ ਹੋ ਗਿਆ ਤੇ ਤੁਸੀਂ ਮੈਨੂੰ ਦੱਸਣਾ ਜ਼ਰੂਰੀ ਨਹੀਂ ਸਮਝਿਆ? ਇਹਦੇ ਵਿੱਚ ਜੀਤ ਦਾ ਕੋਈ ਕਸੂਰ ਨਹੀਂ ਹੈਗਾ। ਜੀਤ ਨੇ ਸਾਨੂੰ ਕਈ ਵਾਰ ਕਿਹਾ ਸੀ ਫੋਨ ਕਰਨ ਵਾਸਤੇ, ਪਰ ਅਸੀਂ ਨਹੀਂ ਕੀਤਾ। ਇਹ ਸਭ ਤੋਂ ਗਲਤੀ ਹੋਈ ਹੈ। ਤੁਸੀਂ ਦੋਨੋਂ ਸਾਡੀ ਵਜ੍ਹਾ ਦੇ ਨਾਲ ਦੂਰ ਹੋਏ, ਹੋ ਸਕੇ ਤਾਂ ਸਾਨੂੰ ਮਾਫ ਕਰ ਦੇ। अभी ਤੁਹਾਨੂੰ ਮਾਫੀ ਮੰਗਣ ਦੀ ਲੋੜ ਨਹੀਂ ਹੈ, ਮਾਫੀ ਤਾਂ ਮੈਨੂੰ ਮੰਗਣੀ ਚਾਹੀਦੀ, ਜਿਹੜਾ ਉਸ ਦਿਨ ਗੁੱਸੇ 'ਚ ਮੇਰੇ ਕੋਲ ਇੱਕ ਹੱਥ ਚੁੱਕਿਆ ਗਿਆ। ਇੱਕ ਔਰਤ ਤੇ ਹੱਥ ਚੁੱਕਣਾ ਪਾਪ ਹੈ। ਸ਼ਾਇਦ ਰੱਬ ਨੇ ਇਸੇ ਕਰਕੇ ਮੈਨੂੰ ਏਡੀ ਵੱਡੀ ਸਜ਼ਾ ਦਿੱਤੀ ਹੈ, ਤਾਂ ਹੀ ਸ਼ਾਇਦ ਮੇਰੇ ਨਾਲ ਏਡਾ ਵੱਡਾ ਹਾਦਸਾ ਹੋਇਆ। ਸਾਨੂੰ ਪਿਛਲੀਆਂ ਸਾਰੀਆਂ ਗੱਲਾਂ ਨੂੰ ਭੁੱਲਣਾ ਚਾਹੀਦਾ ਤੇ ਸਾਰਿਆਂ ਨੂੰ ਦੁਬਾਰਾ ਇੱਕ ਨਵੀਂ ਸ਼ੁਰੂਆਤ ਕਰਨੀ ਚਾਹੀਦੀ। ਬਸ ਜ਼ਿੰਦਗੀ 'ਚ ਜੋ ਵੀ ਮੇਰੇ ਨਾਲ ਹੋਇਆ ਨਾ, ਮੈਂ ਉਸ ਤੋਂ ਇੱਕ ਚੀਜ਼ ਸਿੱਖੀ ਹੈ ਕਿ ਅਸੀਂ ਲੋਕ ਰੱਬ ਤੋਂ ਬਹੁਤ ਦੂਰ ਆ, ਗੁਰਬਾਣੀ ਤੋਂ ਬਹੁਤ ਦੂਰ ਆ। ਸਾਨੂੰ ਸਵੇਰੇ ਸ਼ਾਮ ਪਾਠ ਕਰਨਾ ਚਾਹੀਦਾ, ਆਪਣੇ ਮਨ ਨੂੰ ਸ਼ਾਂਤ ਰੱਖਣਾ ਚਾਹੀਦਾ, ਪਰ ਅਸੀਂ ਲੋਕ ਸ਼ਾਇਦ ਇਸ ਰਾਹ 'ਤੇ ਚੱਲ ਨਹੀਂ ਪਾਉਂਦੇ। ਬਸ ਮੈਂ ਇਹ ਚਾਹੁੰਦਾ ਕਿ ਪੁਰਾਣੇ ਗਿਲੇ ਸ਼ਿਕਵੇ ਮਿਟਾ ਕੇ ਆਪਾਂ ਸਾਰੇ ਇਕੱਠੇ ਰਹੀਏ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਜੀਤ ਅਠਵਾਲ ਤੇ ਅੱਜ ਮੈਂ ਤੁਹਾਨੂੰ ਉਸ ਲੋਕੇਸ਼ਨ ਤੇ ਲੈ ਕੇ ਆਇਆ ਜਿੱਥੇ ਆਪਾਂ ਨੇ ਆਪਣੀ ਇਸ ਮੂਵੀ ਨੂੰ ਸ਼ੂਟ ਕੀਤਾ ਹੈ। ਦੇਖ ਸਕਦੇ ਹੋ ਇਹ ਲੋਕੇਸ਼ਨ। ਦੋਸਤੋ, ਇਹ ਉਹੀ ਘਰ ਹੈ ਜਿੱਥੇ ਆਪਾਂ ਨੇ ਵਾਹਿਗੁਰੂ ਵੇਰ ਕਰੀ ਮੂਵੀ ਸ਼ੂਟ ਕੀਤੀ ਹੈ। ਸੋ ਫਰੈਂਡਸ, ਅੱਜ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਆਪਣੇ ਖੁਦ ਦੇ ਬਾਰੇ, ਆਪਣੀ ਫੈਮਿਲੀ ਬਾਰੇ ਤੇ ਆਪਣੇ ਐਕਟਿੰਗ ਕਰੀਅਰ ਦੇ ਬਾਰੇ। ਸੋ ਫਰੈਂਡਸ, ਆਓ ਚੱਲਦੇ ਹਾਂ, ਅੰਦਰ ਬੈਠਦੇ ਹਾਂ। ਆਓ ਜੀ। ਹਾਂਜੀ, ਆਜੋ ਫਿਰ ਬੈਠਦੇ ਹਾਂ ਅੰਦਰ। ਮੈਨੂੰ ਲੱਗਦਾ ਸਾਡੀ ਟੀਮ ਦਾ ਇੱਕ ਬੰਦਾ ਆ ਗਿਆ। ਹਾਂ ਚਲੋ ਆਓ ਮਿਲਦੇ ਹਾਂ ਜੀ ਇਹਨੂੰ। ਹਾਂਜੀ ਹੋਰ ਲਵ ਸਿਆ, ਕੀ ਹਾਲ ਚਾਲ ਹੈ? ਵਧੀਆ ਜੀ। ਪਹੁੰਚ ਗਿਆ? ਹਾਂਜੀ ਠੀਕ ਹੈ, ਬੈਠੋ। ਗਰਮੀ ਬਹੁਤ ਹੈ ਨਾ। ਹਾਂਜੀ ਹੋਰ ਪਰਿਵਾਰ ਸਭ ਠੀਕ ਠਾਕ? ਹਾਂਜੀ ਵਧੀਆ ਸਰ। ਤੁਸੀਂ ਸੁਣਾਓ? ਬਸ ਮੈਂ ਵੀ ਠੀਕ ਠਾਕ। ਲੇਟ ਹੋ ਗਏ, ਦੇਖਦਾ ਸਵੇਰ ਦਾ। ਉਹ ਬਸ ਤਿਆਰੀ ਕਰੀ ਜਾਂਦੇ ਹਾਂ। ਠੀਕ ਹੈ, ਆਪਾਂ ਆਪਣੀ ਫਿਲਮ ਦੀ ਪ੍ਰੋਮੋਸ਼ਨ ਕਰਨੀ ਸੀ। ਹਾਂਜੀ ਦੋ ਤਿੰਨ ਬੰਦਿਆਂ ਨਾਲ ਹੋਰ ਗੱਲ ਕੀਤੀ।
ਬੱਲੇ ਭਾਜੀ ਹੋਰ ਸੁਣਾਓ ਕੀ ਹਾਲ ਚਾਲ ਨੇ ਠੀਕ ਸਿਆ ਹੋਰ ਬਸ ਵਧੀਆ ਵਧੀਆ ਤੁਸੀਂ ਠੀਕ ਠਾਕ ਸੁਣਾਓ ਹੈ? ਹਾਂ ਠੀਕ ਠਾਕ ਬੈਠੋ ਹੋਰ ਬਾਕੀ ਫੈਮਿਲੀ ਪਰਿਵਾਰ ਠੀਕ ਠਾਕ ਹੈ? ਬਸ ਸਾਰੇ ਠੀਕ ਠਾਕ ਨੇ ਹੋਰ ਤੁਸੀਂ ਸੁਣਾਓ ਬਸ ਠੀਕ ਹੈ, ਬੜਾ ਵਧੀਆ ਚੱਲ ਰਿਹਾ, ਟਾਈਮ ਪਾਸ ਹੋ ਹਾਂ ਰਿਹਾ। ਬਸ ਵੇਟ ਕਰ ਰਹੇ ਸੀ ਤੁਹਾਡਾ ਅੱਛਾ ਅੱਛਾ ਤੇ ਚਲੋ ਚੰਗਾ ਹੋਇਆ ਤੁਸੀਂ ਆ ਗਏ ਅੱਛਾ, ਕੀ ਚੱਲ ਰਿਹਾ ਅੱਜ ਕੱਲ? ਚੱਲਣਾ ਕੀ ਅੱਜ ਬਸ ਆਪਾਂ ਫਸਟ ਬਾਈਟ ਬਣਾ ਰਹੇ ਹਾਂ ਆਪਣੇ ਚੈਨਲ ਵਾਸਤੇ ਅੱਛਾ ਅੱਛਾ ਸੋ ਫਰੈਂਡਸ ਤੁਹਾਨੂੰ ਵੀ ਦੱਸਣਾ ਚਾਹਾਂਗੇ ਕਿ ਆਪਾਂ ਨੇ ਇੱਕ ਨਵਾਂ ਚੈਨਲ ਸਟਾਰਟ ਕੀਤਾ ਹੈ ਰੱਖਿਆ ਯਾਰ ਗਲਾਸੀ ਨਾ, ਇਹ ਸਾਡੇ ਸਰਾਣੇ ਰੱਖ ਦੇਣੀਆਂ। ਉਹ ਬਹਿ ਜਾ ਲਾਭ ਦੂੰਗਾ ਬੈਠ ਹਾਂਜੀ ਸੋ ਫਰੈਂਡਸ ਸਾਡੀ ਟੀਮ ਦੇ 2 ਮੈਂਬਰ ਸਾਡੇ ਕੋਲ ਨੇ ਇਸ ਟਾਈਮ ਇਹ ਹੈਗੇ ਨੇ ਡਾਕਟਰ ਸਰਬਜੀਤ ਸਿੰਘ ਭਿੰਡਰ ਤੇ ਨਾਲ ਐਜ਼ ਅ ਰਾਈਟਰ ਵੀ ਕੰਮ ਕਰ ਰਹੇ ਨੇ ਤੇ ਹੁਣ ਆਪਾਂ ਨੂੰ ਇਹਨਾਂ ਨੂੰ ਫਸਟ ਮੂਵੀ ਜੋ ਕਰਵਾਈ ਹੈ ਵਾਹਿਗੁਰੂ ਮੇਰ ਕਰੀ ਉਹਨਾਂ ਚ ਵੀ ਇਹਨਾਂ ਦਾ ਇੱਕ ਅਹਿਮ ਕਰੈਕਟਰ ਹੈ ਤੋ ਇਹਨਾਂ ਦੇ ਪੇਸ਼ੇ ਦੇ ਕਰਕੇ ਮੈਂ ਇਹਨਾਂ ਨੂੰ ਇੱਕ ਡਾਕਟਰ ਦਾ ਕਰੈਕਟਰ ਦਿੱਤਾ ਸੀ ਇਸ ਮੂਵੀ ਦੇ ਵਿੱਚ ਤੋ ਇਹਨਾਂ ਨੇ ਬਹੁਤ ਵਧੀਆ ਕਰੈਕਟਰ ਆਪਣਾ ਪਲੇ ਕੀਤਾ ਵਾ ਜਿਵੇਂ ਕਿ ਤੁਸੀਂ ਮੂਵੀ ਦੇਖੀ ਹੈ ਤੇ ਇਹ ਹੈਗੇ ਜੀ ਲਵ ਇਹਨਾਂ ਦਾ ਸਾਡੀ ਫਿਲਮ ਦੇ ਵਿੱਚ ਸਿਰਫ ਇੱਕੋ ਸੀਨ ਹੈ ਬਟ ਇਹਨਾਂ ਕੋਲ ਟਾਈਮ ਦੀ ਕਮੀ ਹੋਣ ਦੇ ਕਰਕੇ ਆਪਣੇ ਹੋਰ ਕੰਮ ਦੇ ਵਿੱਚ ਸ਼ਡਿਊਲ ਦੇ ਵਿੱਚ ਬਿਜ਼ੀ ਸੀ ਇਹ ਤੇ ਜ਼ਿਆਦਾ ਵਰਕ ਨਹੀਂ ਕਰ ਪਾਏ ਸਾਡੀ ਮੂਵੀ ਦੇ ਵਿੱਚ ਕਿਉਂਕਿ ਟਾਈਮਿੰਗ ਦੀ ਪ੍ਰੋਬਲਮ ਸੀ ਅਦਰਵਾਈਜ਼ ਆਪਾਂ ਇਹਨਾਂ ਨੂੰ ਵਧੀਆ ਕੰਮ ਕਰਾਉਣਾ ਸੀ ਸੋ ਇਹਨਾਂ ਨੇ ਨੈਕਸਟ ਮੂਵੀ ਸੀ ਉਹਦੇ ਵਿੱਚ ਬਹੁਤ ਵਧੀਆ ਕਰੈਕਟਰ ਕੀਤਾ ਵਾ ਤੇ ਉਹ ਵੀ ਆਪਾਂ ਜਲਦੀ ਰਿਲੀਜ਼ ਕਰਾਂਗੇ ਆਪਣੇ ਚੈਨਲ ਤੋਂ ਸੋ ਲਵ ਪੇਸ਼ੇ ਵਜੋਂ ਮਤਲਬ ਹੋਰ ਵੀ ਵਰਕ ਕਰਦੇ ਨੇ ਪਾਰਟ ਟਾਈਮ ਆਪਣੇ ਐਕਟਿੰਗ ਵਿੱਚ ਵੀ ਸਾਡਾ ਸਾਥ ਦੇ ਰਹੇ ਨੇ ਤੇ ਆਪਣੇ ਚੈਨਲ ਬਾਰੇ ਥੋੜਾ ਬੋਲਣਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਭਾਜੀ ਨੇ ਨਵਾਂ ਚੈਨਲ ਲਾਂਚ ਕੀਤਾ। ਅਸੀਂ ਬਹੁਤ ਮਿਹਨਤ ਕਰਾਂਗੇ ਇਸ ਚੈਨਲ ਵਾਸਤੇ, ਤੁਸੀਂ ਸਬਸਕ੍ਰਾਈਬ ਕਰੋ। ਹਾਂਜੀ ਇਹ ਵੀ ਫਿਲਮ ਵੇਖੀ ਤੁਸੀਂ, ਵਧੀਆ ਲੱਗੀ, ਵਧੀਆ ਕਮੈਂਟ ਕਰਕੇ ਸਾਨੂੰ ਦੱਸਿਓ, ਲਾਈਕ ਕਰਿਓ ਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ। ਹਾਂਜੀ ਤੇ ਭਾਜੀ ਵੀ ਪੂਰਾ ਜ਼ੋਰ ਲਾ ਰਹੇ ਨੇ ਜੀ ਆਪਣੇ ਚੈਨਲ ਵਾਸਤੇ ਠੀਕ ਹੈ ਤੇ ਆਪਣੇ ਇੱਕ ਭਰਾ ਹੋਰ ਹੈਗੇ ਜੀ ਗੋਪੀ ਭਾਜੀ ਜਿਨ੍ਹਾਂ ਨੇ ਸਾਡੀ ਫਿਲਮ ਨੂੰ ਮਤਲਬ ਉਹਦੀ ਵੀਡੀਓ ਨੂੰ ਸਾਡਾ ਐਡੀਟਿੰਗ ਦਾ ਜਿੰਨਾ ਵੀ ਕੰਮ ਸੀ ਜਿੰਨਾ ਵੀ ਟੈਕਨੀਕਲ ਵਰਕ ਹੈ ਸਾਡਾ ਗੋਪੀ ਰਾਏ ਜੀ ਨੇ ਕੀਤਾ ਹੈ ਬਲੈਕ ਲਾਈਫ ਫਿਲਮਸ ਵਾਲੇ ਤੇ ਕਾਫੀ ਫੇਮਸ ਨੇ ਉਹ ਜੀ ਕਾਫੀ ਉਹਨਾਂ ਦੇ Song ਆ ਰਹੇ ਨੇ ਉਹਨਾਂ ਨੇ ਇੱਕ ਨਵਾਂ ਚੈਨਲ ਹੋਰ ਵੀ ਆਪਣੇ ਸਟਾਰਟ ਕੀਤਾ ਵਾ ਉੱਥੇ ਉਹ Songs ਕਰਨਗੇ ਤੇ ਉਹਨਾਂ ਵਾਸਤੇ ਵੀ ਆਪਾਂ ਨੂੰ ਹੋਰ ਆਰਟਿਸਟ ਜਿੰਨੇ ਵੀ ਸਾਡੀ ਵੀਡੀਓ ਨੂੰ ਦੇਖ ਰਹੇ ਨੇ ਅਗਰ ਕੋਈ ਇੰਟਰਸਟਿਡ ਐਕਟਿੰਗ ਦੇ ਵਿੱਚ ਆਪਣੇ ਨਾਲ ਜੁੜਨਾ ਚਾਹੁੰਦਾ ਵਾ ਐਜ਼ ਅ ਐਕਟਰ ਐਜ਼ ਅ ਕੈਮਰਾਮੈਨ ਜਾਂ ਕਿਸੇ ਵੀ ਪੇਸ਼ੇ ਵਜੋਂ ਸਾਡੇ ਚੈਨਲ ਨਾਲ ਜੁੜ ਕੇ ਸਾਡੇ ਨਾਲ ਕੰਮ ਕਰਨਾ ਚਾਹੁੰਦਾ ਵਾ ਤਾਂ ਉਹਦਾ ਵੈਲਕਮ ਹੈ ਜੀ। ਸੋ ਹੁਣ ਆਪਾਂ ਤੁਹਾਨੂੰ ਥੋੜਾ ਜਿਹਾ ਦੱਸਾਂਗੇ ਆਪਣੇ ਸਟੋਰੀ ਲਾਈਨਸ ਦੇ ਬਾਰੇ ਕਿ ਆਪਾਂ ਨੇ ਜਿਹੜੀ ਮੂਵੀ ਕੀਤੀ ਸੀ ਆਪਾਂ ਨੇ ਕੋਈ ਤਿਆਰੀ ਨਹੀਂ ਸੀ ਕੀਤੀ ਬਿਕੋਜ਼ ਤੁਹਾਨੂੰ ਪਤਾ ਵਾ ਕਿ ਮੇਰਾ ਬਹੁਤ ਵੱਡਾ ਐਕਸੀਡੈਂਟ ਹੋਇਆ ਸੀ ਤੇ ਮੈਂ ਬੈੱਡ ਤੇ ਸੀ 10 ਮਹੀਨੇ ਤੋਂ ਮੈਂ ਬੈੱਡ ਤੇ ਸੀ ਤੇ ਹੁਣ ਮੈਂ ਥੋੜੇ ਦਿਨ ਤੋਂ ਵਾਕਰ ਛੱਡਿਆ ਸੀ ਜਸਟ ਮੈਨੂੰ ਅਜੇ 10 ਦਿਨ ਹੋਏ ਸੀ ਮੈਂ ਵਾਕਰ ਛੱਡਿਆ ਤੇ ਮੇਰੀ ਭਾਜੀ ਨਾਲ ਡਿਸਕਸ ਹੋਈ ਫਿਰ ਲਵ ਵੀ ਬੈਠਾ ਸੀ ਆਪਾਂ ਤਿੰਨੇ ਬੈਠੇ ਸੀ ਇਹਨਾਂ ਦੇ ਮਤਲਬ ਕਲੀਨਿਕ ਦੇ ਉੱਪਰ ਆਪਾਂ ਡਿਸਕਸ ਕਰ ਰਹੇ ਸੀ ਕਿ ਆਪਾਂ ਕੋਈ ਪ੍ਰੋਜੈਕਟ ਕਰੀਏ ਤਾਂ ਫਿਰ ਇਹਨਾਂ ਨੇ ਕਿਹਾ ਕਿ ਤੂੰ ਤੇਰੇ ਨਾਲ ਇੱਕ ਤਗੜੀ ਇੰਜਰੀ ਹੋਈ ਹੈ ਤੂੰ ਤੁਰ ਨਹੀਂ ਸਕਦਾ ਫਿਰ ਨਹੀਂ ਸਕਦਾ ਠੀਕ ਹੈ ਤੂੰ ਕਿੱਦਾਂ ਸ਼ੂਟ ਕਰੇਗਾ ਮਤਲਬ ਆਪਣੀਆਂ ਗੱਲਾਂ ਚੱਲਦੀਆਂ ਪਈਆਂ ਸੀ ਫਿਰ ਮੈਂ ਸੋਚਿਆ ਕਿ ਭਾਜੀ ਆਪਾਂ ਦੇਖੋ ਉਸ ਤਰ੍ਹਾਂ ਦਾ ਇੱਕ ਕਰੈਕਟਰ ਸੋਚਦੇ ਆ ਆਪਣੇ ਬਾਰੇ ਵੀ ਇਹ ਡਾਕਟਰ ਸੀ ਇਹਨਾਂ ਨੂੰ ਡਾਕਟਰ ਬਣਾਤਾ ਮੈਂ ਹੈਂਡੀਕੈਪ ਸੀ ਮੈਂ ਹੈਂਡੀਕੈਪ ਦਾ ਕਰੈਕਟਰ ਕਰ ਲਿਆ ਬਿਮਾਰ ਸੀ ਤੋ ਲਵ ਵੀ ਮਤਲਬ ਸਾਡੇ ਕੋਲ ਥੋੜਾ ਟਾਈਮ ਦੇ ਰਿਹਾ ਸੀ ਉਸੇ ਹਿਸਾਬ ਨਾਲ ਮੈਂ ਇਹਦਾ ਕਰੈਕਟਰ ਕੀਤਾ ਤੋ ਤੁਹਾਡੇ ਲਈ ਇੱਕ ਹੋਰ ਗੁੱਡ ਨਿਊਜ਼ ਹੈ ਕਿ ਇਸ ਫਿਲਮ ਦੇ ਵਿੱਚ ਫਸਟ ਟਾਈਮ ਮੇਰੀ ਵਾਈਫ ਨੇ ਕਰੈਕਟਰ ਪਲੇ ਕੀਤਾ ਵਾ ਜੋ ਇਸ ਟਾਈਮ ਮਤਲਬ ਸਾਡੇ ਨਾਲ ਮਤਲਬ ਬਾਈਟ ਤੇ ਨਹੀਂ ਹੈਗੀ ਬਟ ਇਹ ਹੈ ਕਿ ਅਗਲੀ ਆਪਾਂ ਵੀਡੀਓਜ਼ ਦੇ ਵਿੱਚ ਉਹਨਾਂ ਨੂੰ ਵੀ ਇੰਟਰੋਡਿਊਸ ਕਰਾਵਾਂਗੇ ਤੇ ਉਹਨਾਂ ਨੇ ਵੀ ਸਾਡੀ ਫਿਲਮ ਵਿੱਚ ਬਹੁਤ ਅਹਿਮ ਕਰੈਕਟਰ ਕੀਤਾ ਉਸ ਤੋਂ ਇਲਾਵਾ ਵੀ ਸਾਡੀ ਫਿਲਮ ਵਿੱਚ ਆਪਣੇ ਅੰਮ੍ਰਿਤਸਰ ਤੋਂ ਜਲੰਧਰ ਤੋਂ ਆਰਟਿਸਟ ਹੈਗੇ ਨੇ ਆਪਣੇ ਮਾਨ ਭਾਜੀ ਹੈਗੇ ਆ ਵਿੰਦਾ ਕਲਸੀ ਜੀ ਹੈਗੇ ਆ ਸਰਬਜੀਤ ਕੌਰ ਰਿਹਾਲ ਕੌਰ ਹੋਰ ਬਹੁਤ ਸਾਰੇ ਆਰਟਿਸਟਾਂ ਨੇ ਇਹਦੇ ਵਿੱਚ ਕੰਮ ਕੀਤਾ ਵਾ ਸਾਰਿਆਂ ਦਾ ਕੰਮ ਸ਼ਲਾਘਾਯੋਗ ਹੈ ਵਧੀਆ ਕੰਮ ਕੀਤਾ ਸਾਰਿਆਂ ਨੇ ਔਰ ਮੇਰੀ ਬੇਟੀ ਸਰ ਮਤਲਬ ਮੇਰੇ ਐਕਸੀਡੈਂਟ ਤੇ ਘੱਟੋ ਘੱਟ 20-25 ਲੱਖ ਰੁਪਏ ਦਾ ਖਰਚਾ ਹੋ ਗਿਆ ਸੀ ਤੇ ਉਹ ਕਵਰ ਕਰਨਾ ਮੇਰੇ ਲਈ ਬਹੁਤ ਔਖਾ ਸੀ ਜੋ ਕਿ ਮੈਂ ਨਹੀਂ ਅਫੋਰਡ ਕਰ ਸਕਦਾ ਸੀ ਬਟ ਹੁਣ ਤੁਸੀਂ ਸਾਰਿਆਂ ਨੇ ਮੈਨੂੰ ਸਪੋਰਟ ਕਰਨਾ ਵਾ ਜਿਹੜਾ ਵੀ ਬੰਦਾ ਸਾਡੇ ਚੈਨਲ ਤੇ ਆਉਂਦਾ ਵਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੇ ਸਾਡੀ ਵੀਡੀਓ ਨੂੰ ਲਾਈਕ ਕਰੇ ਕਮੈਂਟ ਕਰੇ ਬਸ ਇਹੀ ਰਿਕੁਐਸਟ ਹੈ ਔਰ ਸਾਡੀ ਕੋਈ ਵੀਡੀਓ ਅਗਰ ਤੁਹਾਨੂੰ ਨਹੀਂ ਚੰਗੀ ਲੱਗਦੀ ਮੰਨ ਲਓ ਕਿ ਤੁਹਾਨੂੰ ਕੋਈ ਸਾਡਾ ਕਨਸੈਪਟ ਵਧੀਆ ਨਹੀਂ ਲੱਗਦਾ ਹੈਗਾ ਜਾਂ ਤੁਹਾਨੂੰ ਪਸੰਦ ਨਹੀਂ ਆਉਂਦਾ ਤੁਸੀਂ ਤਾਂ ਵੀ ਸਾਨੂੰ ਕਮੈਂਟ ਕਰ ਸਕਦੇ ਹੋ ਤੁਸੀਂ ਦੱਸ ਸਕਦੇ ਹੋ ਕਿ ਤੁਸੀਂ ਇਸ ਤਰ੍ਹਾਂ ਦੀ ਮੂਵੀ ਲੈ ਕੇ ਆਓ ਤੁਹਾਡੀ ਮੂਵੀ 'ਚ ਆਹ ਕਮੀ ਹੈ ਬਾਕੀ ਸਾਡੇ ਕੋਲ ਹਜੇ ਪੂਰੀ ਮੈਨੇਜਮੈਂਟ ਨਹੀਂ ਹੈਗੀ ਪੂਰੀ ਟੀਮ ਨਹੀਂ ਜੁੜ ਪਾਈ ਹਜੇ ਤੱਕ ਕਿਉਂਕਿ ਹਜੇ ਨਵਾਂ ਕੰਮ ਹੈ ਬਟ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਅਸੀਂ ਬਹੁਤ ਵਧੀਆ ਪ੍ਰੋਜੈਕਟ ਦਵਾਂਗੇ ਔਰ ਇੰਡਸਟਰੀ 'ਚ ਵੀ ਮੈਂ ਕੰਮ ਕਰ ਚੁੱਕਿਆ ਵਾਂ ਬਹੁਤ ਸਾਰਾ ਜਿਵੇਂ ਕਿ ਮਾਈਸੈਲਫ ਕੈਂਟ ਰਮਤਾ ਜੋਗੀ ਉਸ ਤੋਂ ਇਲਾਵਾ 뮤직 ਵੀਡੀਓਜ਼ 'ਚ ਜਿਵੇਂ ਕਿ ਬਹੁਤ ਅੱਛੇ Songs ਟਾਈਮ ਟੇਬਲ 2 ਜੈਜੀ ਵੀ ਭਾਜੀ ਹੁਣਾਂ ਨਾਲ ਫਿਰ ਅੰਮ੍ਰਿਤ ਸੁਜਾਲਪੁਰੀ ਨਾਲ ਕੀਤਾ ਹੋਇਆ ਯਾਰੀ ਤੇ ਜਗਾੜ Song ਸੀਰੀਅਲ ਕੀਤੇ ਹੋਏ ਇਸ਼ਕ ਮੇਂ ਮਰ ਜਾਵਾਂ ਕਲਰਸ ਤੇ ਔਰ ਉਸ ਤੋਂ ਇਲਾਵਾ ਜੀ ਪੰਜਾਬੀ ਦੇ ਸ਼ੋਅ ਕੀਤੇ ਹੋਏ ਆ ਤੂੰ ਪਤੰਗ ਮੈਂ ਡੋਰ ਸੋਨੀ ਵਾਸਤੇ ਕ੍ਰਾਈਮ ਪੈਟਰੋਲ ਮਤਲਬ ਕਾਫੀ ਕੰਮ ਕੀਤਾ ਹੋਇਆ ਵਾ
ਪਰ ਤੁਹਾਡੇ ਸਾਰਿਆਂ ਦੀ ਸਪੋਰਟ ਦੀ ਬਹੁਤ ਲੋੜ ਹੈ। ਸੋ ਉਮੀਦ ਹੈ ਇਹ ਵੀ ਲੇਟ ਹੋ ਰਹੇ ਨੇ ਤੇ ਲਵ ਨੇ ਵੀ ਆਪਣੇ ਕੰਮ ਤੇ ਜਾਣਾ ਹੈ ਤੇ ਮੈਂ ਵੀ ਆਪਣੀ ਵਾਈਫ ਨੂੰ ਲੈਣ ਜਾਣਾ ਵਾ, ਉਹ ਘਰ ਗਈ ਹੋਈ ਹੈ। ਸੋ ਮੈਂ ਸੋਚਿਆ ਸੀ ਇੰਨੀ ਕੁ ਬਾਈਟ ਬਣਾਉਂਦੇ ਆ ਆਪਾਂ। ਸੋ ਸਾਰਿਆਂ ਨੂੰ ਆਪਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਚੈਨਲ ਨਾਲ ਜੁੜਨ ਲਈ ਤੇ ਉਮੀਦ ਹੈ ਕਿ ਤੁਸੀਂ ਸਾਡੇ ਆਉਣ ਵਾਲੇ ਹਰ ਪ੍ਰੋਜੈਕਟ ਨੂੰ ਪਿਆਰ ਕਰੋਗੇ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮਚ। Rolling and action. ਡਾਕਟਰ ਸਾਹਿਬ ਆ ਲਓ ਪਾਣੀ। ਹਾਂਜੀ ਗੋਪੀ, ਤੁਸੀਂ ਕਮਾਲ ਦੇ ਬੰਦੇ ਹੋ ਯਾਰ। ਤੁਹਾਨੂੰ ਪਹਿਲਾਂ ਹੀ ਪਤਾ ਹੈ ਜੀਤ ਦੀ ਕੰਡੀਸ਼ਨ ਕਿੰਨੀ ਮਾੜੀ ਹੈ। ਇੱਕ ਹਫ਼ਤਾ ਪਹਿਲਾਂ ਤੁਹਾਨੂੰ ਕਹਿ ਕੇ ਗਿਆ ਸੀ ਕਿ ਉਹਨੂੰ ਹਸਪੀਟਲ ਐਡਮਿਟ ਕਰਵਾਉਣਾ ਹੈ, ਤੁਸੀਂ ਅਜੇ ਤੱਕ ਉਹਨੂੰ ਘਰ ਹੀ ਲੈ ਕੇ ਬੈਠੇ ਹੋ। ਕੰਬਲ ਆ ਗਿਆ ਭਾਜੀ। ਪਲੀਜ਼ ਐਕਸ਼ਨ। ਤੁਹਾਡੇ ਨਾਲ ਐਡਾ ਵੱਡਾ ਹਾਦਸਾ ਹੋ ਗਿਆ ਤੇ ਤੁਸੀਂ ਮੈਨੂੰ ਦੱਸਣਾ ਜ਼ਰੂਰੀ ਨਹੀਂ ਸਮਝਿਆ? ਇਹਦੇ ਵਿੱਚ ਜੀਤ ਦਾ ਕੋਈ ਕਸੂਰ ਨਹੀਂ ਹੈਗਾ। ਜੀਤ ਨੇ ਸਾਨੂੰ ਕਈ ਵਾਰ ਕਿਹਾ ਸੀ ਫੋਨ ਕਰਨ ਵਾਸਤੇ, ਪਰ ਅਸੀਂ ਨਹੀਂ ਕੀਤਾ। ਇਹਦੇ ਵਿੱਚ ਸਾਤੋਂ ਗਲਤੀ ਹੋਈ ਹੈ। ਹੋ ਸਕੇ ਤਾਂ ਸਾਨੂੰ ਮਾਫ ਕਰ ਦੇ। ਇਹੀ ਡਾਇਲੌਗ ਦੁਬਾਰੇ ਕਰ ਦਿਓ। 1 ਮਿੰਟ। ਰੋਲਿੰਗ ਐਕਸ਼ਨ। ਉਹ ਤੇ ਮੇਰਾ ਠੀਕ ਹੈ। ਠੀਕ ਹੋ ਤੁਸੀਂ? ਤੁਹਾਡੇ ਨਾਲ ਖੇਡੋ ਯਾਰ। ਤੂੰ ਮੈਨੂੰ ਕਰਤੇ ਲੈਣ ਦੇ, ਮੈਂ ਡਾਇਲੌਗ ਕਰਨੇ ਆ। ਲੰਬਾ ਕੰਮ ਕਰੀ। ਮੈਂ ਉਹਨੂੰ ਕੱਢ ਹੈਂਡਲ ਕਰਕੇ ਉਹਨੂੰ ਕਲੀਅਰ ਕਰਨਾ ਸਰ ਗੁੰਨੂ ਵਿੱਚੋਂ। ਪੂਰੀ ਆਵਾਜ਼ ਆਉਂਦੀ ਹੈ। ਰੋਲਿੰਗ ਐਕਸ਼ਨ। ਠੀਕ ਹੈ ਮੇਰੇ ਪੁੱਤ। ਜਦ ਪਾਪਾ ਵਾਸਤੇ ਨਾ ਮਾਈ ਲੈ ਕੇ ਆਓ। ਜਾਓ ਮਾਈ ਲੈ ਕੇ ਆਓ ਅੰਦਰ ਰਸੋਈ 'ਚ। ਜਾਓ ਚਾਹ ਲੈ ਕੇ ਆਓ। ਤੁਹਾਡੇ ਨਾਲ ਐਡਾ ਵੱਡਾ ਹਾਦਸਾ ਹੋ ਗਿਆ ਤੇ ਤੁਸੀਂ ਮੈਨੂੰ ਦੱਸਣਾ ਜ਼ਰੂਰੀ ਨਹੀਂ ਸਮਝਿਆ? ਇਹਦੇ ਵਿੱਚ ਜੀਤ ਦਾ ਕੋਈ ਕਸੂਰ ਨਹੀਂ ਹੈਗਾ। ਜੀਤ ਨੇ ਸਾਨੂੰ ਕਈ ਵਾਰ ਕਿਹਾ ਸੀ ਫੋਨ ਕਰਨ ਵਾਸਤੇ, ਪਰ ਅਸੀਂ ਨਹੀਂ ਕੀਤਾ। ਇਹ ਸਾਤੋਂ ਗਲਤੀ ਹੋਈ ਹੈ। ਤੁਸੀਂ ਦੋਨੋਂ ਸਾਡੀ ਵਜ੍ਹਾ ਦੇ ਨਾਲ ਦੂਰ ਹੋਏ। ਸ਼ੁਕਰ ਹੈ ਉਸ ਰੱਬ ਦਾ ਜਿਹਨੇ ਸਾਨੂੰ ਇੱਕ ਮੌਕਾ ਸੁਧਰ। ਕੋਈ ਨਹੀਂ, ਤੂੰ ਚੱਪ। ਮੈਨੂੰ ਅੱਜ ਹੋ ਕੀ ਰਿਹਾ ਵਾ। ਕੋਈ ਗੱਲ ਨਹੀਂ ਕੰਟੀਨਿਊ। ਤੁਸੀਂ ਦੋਨੋਂ ਸਾਡੀ ਵਜ੍ਹਾ ਦੇ ਨਾਲ ਦੂਰ ਥੋੜਾ ਜ਼ੋਰ ਦੀ ਹੋਏ। ਬੋਲੋ, ਮਾਈਕ ਲੱਗਿਆ ਤੁਹਾਡੇ? ਹਾਂ ਕੋਈ ਗੱਲ ਨਹੀਂ। ਜ਼ੋਰ ਦੀ ਬੋਲੋ ਫਿਰ। ਤੁਸੀਂ ਦੋਨੋਂ ਸਾਡੀ ਵਜ੍ਹਾ ਦੇ ਨਾਲ ਦੂਰ ਹੋਏ। ਸ਼ੁਕਰ ਹੈ ਉਸ ਰੱਬ ਦਾ ਜਿਹਨੇ ਸਾਨੂੰ ਮੌਕਾ ਦਿੱਤਾ ਗਲਤੀ ਸੁਧਾਰ। ਯਾਰ ਕੀ ਹੋ ਰਿਹਾ ਮੇਰੇ ਸਹੀ ਹੋ ਗਿਆ ਅੱਜ। ਰੋਲਿੰਗ ਐਂਡ ਐਕਸ਼ਨ। ਜੀਤ ਕਿੱਥੇ ਆ? ਮੈਂ ਵੀ ਤੁਹਾਡੇ ਨਾਲ ਜੀਤ ਬਾਰੇ ਹੀ ਗੱਲ ਕਰਨੀ ਆ। ਤੁਹਾਨੂੰ ਨਹੀਂ ਲੱਗਦਾ ਜੀ 'ਚ ਕਿੰਨਾ ਬਦਲਾਅ ਆ ਗਿਆ? ਹਰ ਵੇਲੇ ਵਾਹਿਗੁਰੂ ਵਾਹਿਗੁਰੂ ਕਰਦਾ ਰਹਿੰਦਾ। ਮੈਂ ਉਹਨੂੰ ਕਿੰਨਾ ਕੁਝ ਬੋਲਦੀ ਰਹਿੰਦੀ ਆ, ਫਿਰ ਵੀ ਉਹ ਚੂੰ ਤੱਕ ਨਹੀਂ ਬੋਲਦਾ। ਹਾਂ ਇਹ ਗੱਲ ਤਾਂ ਮੈਂ ਵੀ ਨੋਟ ਕੀਤੀ। ਪਹਿਲਾਂ ਤਾਂ ਕਦੀ ਉਹ ਗੁਰਦੁਆਰੇ ਵੀ ਨਹੀਂ ਗਿਆ, ਹੁਣ ਤਾਂ ਸਵੇਰੇ ਸਾਹਮਣੇ ਤੁਰਿਆ ਰਹਿੰਦਾ। ਉਹ ਹੈਰਾਨੀ ਵਾਲੀ ਗੱਲ ਤਾਂ ਇਹ ਵੀ ਆ, ਡਾਕਟਰ ਤਾਂ ਕਹਿੰਦਾ ਸੀ ਇਹਦੇ ਬਚਣ ਦਾ ਕੋਈ ਚਾਂਸ ਨਹੀਂ, ਪਰ ਇਹ ਤਾਂ ਠੀਕ ਹੋ ਗਿਆ ਤੇ ਤੁਰਨ ਫਿਰਨ ਵੀ ਲੱਗ ਪਿਆ। ਚਲੋ ਆ ਵਧੀਆ ਹੋ ਗਿਆ। ਸਾਡੇ ਤਾਂ ਹਸਪੀਟਲ ਦੇ ਚੱਕਰ ਵੀ ਬਚ। ਕੋਈ ਨਹੀਂ, ਤੂੰ ਚੱਪ। ਚਲੋ ਚਲੋ ਆ ਤਾਂ ਵਧੀਆ ਹੋ ਗਿਆ। ਸਾਡੇ ਤਾਂ ਹਸਪੀਟਲ ਦੇ ਚੱਕਰ ਵੀ ਬਚ ਗਏ। ਆ ਤਾਂ ਵਧੀਆ ਹੋ ਗਿਆ। ਅਸੀਂ ਤਾਂ ਹਸਪੀਟਲ ਦੇ ਚੱਕਰਾਂ ਤੋਂ ਵੀ ਬਚ ਗਏ, ਨਾਲੇ ਸਾਡਾ 10 ਲੱਖ ਬਚ ਗਿਆ। ਉਹ ਮੈਡਮ ਇੱਜ਼ਤ ਵਾਲਾ ਡਾਇਲੌਗ ਸੀ। ਮੇਰਾ ਸੀਗਾ। ਕਾਇਗਾ ਉਹਨੇ ਕੋਈ ਸੁਣਾਉਣ ਦੋ ਉਹਨਾਂ ਨੂੰ, ਦਿਮਾਗ 'ਚ ਨਹੀਂ ਹੈ ਪ੍ਰੋਪਰਟੀ ਦਾ। ਹੁਣ ਵੈਸੇ ਮਿਲ ਗਿਆ ਸੀ। ਬੋਲਣਾ ਜੀ। ਐਕਸ਼ਨ। ਜਦੋਂ ਦੇਖੋ ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ ਆ, ਗੇਮਾਂ ਖੇਡਦੀ ਰਹਿੰਦੀ ਆ, ਕੋਈ ਕੰਮ ਨਹੀਂ ਕਰਦੀ। ਸਾਰਾ ਕੰਮ ਤਾਂ ਅਸੀਂ ਧੁੱਪੇ ਸਾਵੇਂ ਕਰਦੀਆਂ ਰਹਿੰਦੀਆਂ। ਬਸ ਕਰੋ ਦੀਦੀ, ਜਿੰਨਾ ਮੇਰੇ ਹਿੱਸੇ ਕੰਮ ਹੁੰਦਾ ਨਾ ਉਹਨਾਂ ਕੰਮ ਮੈਂ ਕਰਦੀ ਆ। ਨਹੀਂ ਰਹਿਣ ਦੇ। ਦੇਖੀ ਆ ਤੈਨੂੰ ਕੰਮ ਕਰਦੀ ਨੂੰ। ਸਾਰੀ ਦਿਹਾੜੀ ਤੂੰ ਟੀਵੀ ਲਾ ਕੇ ਅੰਦਰ ਪਈ ਰਹਿਣੀ ਹੈ। ਵੱਡੀ ਕੰਮ ਕਰਨ ਵਾਲੀ ਆਈ ਹੈ ਇਹ। ਰਹਿਣ ਦੇ ਨਹੀਂ ਰਹਿਣ ਦੇ, ਇਹਦੇ ਨਾਲ ਕਾਤੋਂ ਜ਼ਬਾਨ ਲੜੀ। ਕੋਈ ਗੱਲ ਨਹੀਂ, ਨੋ ਪ੍ਰੋਬਲਮ। ਐਕਸ਼ਨ। ਜਦੋਂ ਦੇਖੋ ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ ਆ, ਗੇਮਾਂ ਖੇਡਦੀ ਰਹਿੰਦੀ ਆ, ਨਾ ਕੋਈ ਕੰਮ ਕਰਦੀ ਆ। ਸਾਰਾ ਦਿਨ ਤਾਂ ਅਸੀਂ ਕਰਦੀਆਂ ਧੁੱਪੇ ਸਾਵੇਂ। ਬਸ ਕਰੋ ਦੀਦੀ, ਜਿੰਨਾ ਮੇਰੇ ਹਿੱਸੇ ਕੰਮ ਹੁੰਦਾ ਨਾ ਉਹਨਾਂ ਕੰਮ ਮੈਂ ਕਰਦੀ ਆ। ਨਹੀਂ ਰਹਿਣ ਦੇ। ਦੇਖਿਆ ਤੈਨੂੰ ਕੰਮ ਕਰਦੀ ਨੂੰ। ਸਾਰੀ ਦਿਹਾੜੀ ਤੂੰ ਪੱਖਾ ਲਾ ਕੇ ਪਈ ਰਹਿਣੀ ਅੰਦਰ ਕਮਰੇ 'ਚ। ਵੱਡੀ ਕਮਾੜੀ ਆਈ ਹੈ ਇਹ। ਛੱਡ ਨਹੀਂ ਛੱਡ, ਇਹਦੇ ਨਾਲ ਕਾਹਦੀ ਜ਼ਬਾਨ ਲੜਾਉਣੀ ਆ? ਇਹਦੇ ਮਾਪਿਓ ਨੇ ਤਾਂ ਭੋਰਾ ਕਲ ਸਿਖਾ ਕੇ ਨਹੀਂ ਭੇਜਿਆ ਇਹਨੂੰ। ਇੱਕ ਗੱਲ ਸੁਣ ਲਓ ਮੇਰੀ ਦੀਦੀ, ਮੇਰੇ ਮਾਪਿਓ ਤੱਕ ਨਹੀਂ ਜਾਣਾ ਹੈਗਾ। ਮੈਂ ਚੰਗੇ ਖਾਨਦਾਨ ਤੋਂ ਆ।
ਔਰ ਨਾਲੇ ਤੁਸੀਂ ਕਾਹਦੀਆਂ ਖਾਨਦਾਨ ਦੀਆਂ ਗੱਲਾਂ ਕਰਦੇ ਹੋ? ਤੁਹਾਡੇ ਆਪਣੇ ਘਰ ਦੇ ਤਾਂ ਵਿਹਲੇ ਬੈਠੇ ਨੇ। ਮੇਰਾ ਘਰ ਵਾਲਾ ਕਮਾਈ ਕਰਦਾ ਹੈ ਤੇ ਕਮਾ ਕੇ ਤੁਹਾਡੇ ਹੱਥ 'ਚ ਦਿੰਦਾ ਆ। ਇਹ ਕਿਹੜੀ ਭਾਸ਼ਾ ਹੈ? ਐਦਾਂ ਬੋਲੀਦਾ ਵੱਡਿਆਂ ਨਾਲ? ਤੁਹਾਨੂੰ ਨਹੀਂ ਪਤਾ ਮੈਨੂੰ ਕਿਹੜੀਆਂ ਗੱਲਾਂ ਕਰਨ ਦੇ ਨੇ ਇਹ? ਗੱਲਾਂ ਤਾਂ ਮੈਨੂੰ ਤੇਰੀਆਂ ਸੁਣਨ ਦੀਆਂ ਨੇ, ਉਹ ਤਾਂ ਕੁਝ ਬੋਲਣ ਨਹੀਂ ਦੀਆਂ। ਨਾਲੇ ਫੋਨ ਤੇਰੇ ਹੱਥ 'ਚ ਹੈ, ਉਹ ਤਾਂ ਕੰਮ ਕਰਨ ਦੀਆਂ ਆਪਣੇ। ਜ਼ਰੂਰੀ ਨਹੀਂ ਜੀ ਮੇਰੇ ਹੱਥ 'ਚ ਫੋਨ ਹੈ ਤੇ ਮੈਂ ਵਿਹਲੀ ਆ। ਮੈਂ ਤਾਂ ਖੁਦ ਸੁਣਿਆ, ਮੈਂ ਪਿੱਛੇ ਕਿਹੜਾ ਸਭ ਕੁਝ ਸੁਣ ਰਿਹਾ ਸੀ। ਤੁਹਾਨੂੰ ਨਹੀਂ ਪਤਾ ਹੁਣ ਉਹ ਤੋਂ ਪਹਿਲਾਂ ਮੇਰੇ ਨਾਲ ਕਿੰਨੀਆਂ ਗੱਲਾਂ ਕੀਤੀਆਂ ਨੇ ਇਹਨਾਂ ਨੇ, ਮੈਨੂੰ ਕਿੰਨਾ ਕੁਝ ਕਿਹਾ, ਮੇਰੇ ਮਾਪੇ ਤੱਕ ਗਏ ਨੇ। ਤੂੰ ਵੀ ਘੱਟ ਨਹੀਂ ਹੈਗੀ, ਉਹ ਵੱਡੀਆਂ ਨੇ, ਉਹਨਾਂ ਦੇ ਥੱਲੇ ਲੱਗ ਕੇ ਨਾ ਕੰਮ ਕਰਨਾ ਸਿੱਖੋ ਨਾ ਉਹ ਕੁਛ। ਚੱਲ ਮਾਫੀ ਮੰਗ। ਮੈਂ ਉਹਨਾਂ ਨੂੰ ਕੋਈ ਮਾੜੀ ਚੰਗੀ ਰੋਲਿੰਗ ਐਕਸ਼ਨ। ਜਦੋਂ ਦੇਖੋ ਫੋਨ ਤੇ ਲੱਗੀ ਰਹਿੰਦੀ ਆ, ਸਾਰਾ ਦਿਨ ਗੇਮਾਂ ਖੇਡਦੀ ਰਹਿੰਦੀ ਆ। ਬੱਚੀ ਆ ਤੂੰ, ਕੋਈ ਕੰਮ ਨਹੀਂ ਕਰਦੀ ਕਰਦਾ, ਸਾਰਾ ਕੰਮ ਤਾਂ ਅਸੀਂ ਕਰਦੀਆਂ ਧੁੱਪੇ ਸਾਵੇਂ। ਬਸ ਕਰੋ ਦੀਦੀ, ਜਿੰਨਾ ਮੇਰੇ ਹਿੱਸੇ ਕੰਮ ਹੁੰਦਾ ਨਾ ਉਹਨਾਂ ਕੰਮ ਮੈਂ ਕਰਦੀ ਆ। ਨਹੀਂ ਰਹਿਣ ਦੇ ਦੇਖਦੀ ਤੈਨੂੰ ਕੰਮ ਕਰਦੀ ਨੂੰ। ਸਾਰੀ ਦਿਹਾੜੀ ਤੂੰ ਪੱਖਾ ਲਾ ਕੇ ਪਈ ਰਹਿਨੀ ਅੰਦਰ। ਛੱਡ ਨਹੀਂ ਛੱਡ, ਇਹਦੇ ਨਾਲ ਮੱਥਾ ਕੀ ਲਾਉਣੀ ਆ? ਇਹਨੂੰ ਪੂਰਾ ਕਰਨੀ ਮਾਂ ਪਿਓ ਨੇ ਸਿਖਾ ਕੇ ਭੇਜੀ। ਇੱਕ ਗੱਲ ਮੇਰੀ ਸੁਣ ਲਓ ਦੀਦੀ, ਮੇਰੇ ਮਾਪਿਓ ਤੱਕ ਨਹੀਂ ਜਾਣਾ। ਮੈਂ ਚੰਗੇ ਖਾਨਦਾਨ ਤੋਂ ਆ, ਤੁਹਾਡੇ ਵਾਂਗੂ ਨਹੀਂ ਖਾਨਦਾਨੀ। ਤੁਸੀਂ ਕੀ ਗੱਲਾਂ ਕਰਦੇ ਹੋ? ਤੁਹਾਡੇ ਆਪਣੇ ਘਰ ਦੇ ਤਾਂ ਵਿਹਲੇ ਬੈਠੇ ਨੇ। ਮੇਰਾ ਘਰ ਵਾਲਾ ਸਾਰੀ ਕਮਾਈ ਕਰਕੇ ਲਿਆਉਂਦਾ ਤੇ ਤੁਹਾਨੂੰ ਦਿੰਦਾ ਆ, ਤਾਂ ਘਰ ਚੱਲਦਾ ਆ। ਤੁਸੀਂ ਕਦੀ ਖਾਨਦਾਨ ਦੀਆਂ ਗੱਲਾਂ ਕਰਦੇ ਹੋ? ਇਹ ਕਿਹੜਾ ਤਰੀਕਾ ਬੋਲਣ ਦਾ ਇਹਨਾਂ ਨੂੰ? ਤੁਹਾਨੂੰ ਨਹੀਂ ਪਤਾ ਮੇਰੇ ਨਾਲ ਕਿਹੋ ਜਿਹੀਆਂ ਗੱਲਾਂ ਕਰਦੇ ਪਏ ਨੇ? ਨਹੀਂ, ਇਹ ਕਰਨਾ ਵੱਡੀਆਂ ਕਿ ਛੋਟੀਆਂ ਨੇ? ਤੈਨੂੰ ਵੱਡੇ ਛੋਟੇ ਨਾਲ ਬੋਲਣ ਦੀ ਤਮੀਜ਼ ਨਹੀਂ ਹੈਗੀ? ਕਿੱਦਾਂ ਤੁਹਾਨੂੰ ਬੋਲ ਰਹੀ ਨਹੀਂ ਹੈ? ਪਤਾ। ਆਵਾਜ਼ ਤਾਂ ਮੈਨੂੰ ਤੇਰੀ ਸੁਣ ਰਹੀ ਹੈ, ਪਿੱਛੇ ਕਿਹੜਾ ਮੈਂ ਸਭ ਕੁਝ ਸੁਣ ਰਿਹਾ ਸੀ। ਤੁਸੀਂ ਉਹ ਸੁਣਿਆ ਜੋ ਇਹਨਾਂ ਨੇ ਮੈਨੂੰ ਕਿਹਾ ਹੈ? ਕੀ ਕਿਹਾ ਤੈਨੂੰ ਇਹਨਾਂ ਨੇ? ਦੱਸੀ ਯਾਰ। ਇਹ ਮੇਰੇ ਮਾਪਿਓ ਤੱਕ ਪੁੱਜੇ ਨੇ। ਮੇਰੀ ਗੱਲ ਸੁਣ, ਮਾਫੀ ਮੰਗ ਚੱਲ। ਮੈਂ ਇਹਨਾਂ ਨੂੰ ਕੁਝ ਗਲਤ ਨਹੀਂ ਕਿਹਾ ਤੇ ਮੈਂ ਇਹਨਾਂ ਤੋਂ ਮਾਫੀ ਨਹੀਂ ਮੰਗਣੀ ਹੈਗੀ। ਤੂੰ ਮੰਗਦੀ ਨਹੀਂ ਮਾਫੀ? ਨਹੀਂ ਚੱਲ ਮਾਫੀ ਮੰਗ। ਨਹੀਂ ਮੰਗਣੀ ਹੈ ਮੈਂ ਮਾਫੀ। ਜਾ ਭਾਬੀ, ਕੰਮ ਕਰੋ ਤੁਸੀਂ। ਜਦੋਂ ਦੇਖੋ ਫੋਨ ਤੇ ਲੱਗੀ ਰਹਿੰਦੀ ਆ, ਸਾਰਾ ਦਿਨ ਗੇਮਾਂ ਖੇਡਦੀ ਰਹਿੰਦੀ ਆ, ਨਾ ਕੋਈ ਕੰਮਕਾਰ ਕਰਦੀ ਆ ਨਾ ਹੋਰ। ਸਾਰਾ ਦਿਨ ਤਾਂ ਅਸੀਂ ਕਰਦੀਆਂ ਧੁੱਪੇ ਸਾਵੇਂ। ਬਸ ਕਰੋ ਦੀਦੀ, ਜਿੰਨਾ ਮੇਰੇ ਹਿੱਸੇ ਕੰਮ ਹੁੰਦਾ ਨਾ ਉਹਨਾਂ ਕੰਮ ਮੈਂ ਕਰਦੀ ਆ। ਨਹੀਂ ਤੂੰ ਰਹਿਣ ਦੇ ਜਾਣਦੀ ਹੈ ਤੈਨੂੰ ਕੰਮ ਕਰਦੀ ਨੂੰ। ਸਾਰੀ ਦਿਹਾੜੀ ਤੇ ਤੂੰ ਪੱਖੇ ਮੂਹਰੇ ਪਈ ਰਹਿਣੀ ਹੈਗੀ। ਵੱਡੀ ਕੰਮ ਕਰਨ ਵਾਲੀ ਗਈ ਹੈ। ਚੱਲ ਨਹੀਂ ਚੱਲ, ਇਹਦੇ ਨਾਲ ਮੱਥਾ ਨਾ ਲੜਾ। ਇਹਨੂੰ ਤਾਂ ਭੋਰਾ ਅਕਲ ਸਿਖਾ ਕੇ ਨਹੀਂ ਭੇਜੀ ਇਹਦੇ ਮਾਂ ਪਿਓ ਨੇ। ਇੱਕ ਗੱਲ ਸੁਣ ਲਓ ਮੇਰੀ ਦੀਦੀ, ਮੇਰੇ ਮਾਪਿਓ ਤੱਕ ਨਹੀਂ ਜਾਣਾ। ਮੈਂ ਚੰਗੇ ਖਾਨਦਾਨ ਤੋਂ ਆ, ਤੁਹਾਡੇ ਵਾਂਗੂ ਨਹੀਂ ਹੈਗੀ। ਖਾਨਦਾਨ ਦੀਆਂ ਤੁਸੀਂ ਕੀ ਗੱਲਾਂ ਕਰਦੇ? ਤੁਹਾਡੇ ਆਪਦੇ ਘਰ ਤੇ ਵਿਹਲੇ, ਘਰ ਦੇ ਤਾਂ ਵਿਹਲੇ ਬੈਠੇ ਨੇ। ਜੋ ਵੀ ਕਮਾਉਂਦਾ ਮੇਰਾ ਘਰ ਵਾਲਾ ਕਮਾਉਂਦਾ ਆ, ਲਿਆ ਕੇ ਤੁਹਾਡੇ ਹੱਥ 'ਚ ਦਿੰਦਾ ਆ, ਤਾਂ ਘਰ ਚੱਲਦਾ ਆ। ਇਸ਼ਾਰਾ ਕੀਤਾ ਹੀ ਨਹੀਂ ਕੀਤਾ ਇਹਨੇ। ਘੱਟ ਕਰਤਾ ਕੀਤਾ ਇਸ਼ਾਰਾ। ਤਾਂ ਹੀ ਮੈਂ ਨਹੀਂ ਪਾਦੀ ਮੁੜ ਕੇ ਠਾਣ ਦੇ। ਚੱਲ ਦੁਬਾਰਾ ਮੈਨੂੰ ਨਹੀਂ ਪਤਾ। ਰੋਲਿੰਗ ਐਕਸ਼ਨ। ਜਦੋਂ ਦੇਖੋ ਫੋਨ ਤੇ ਲੱਗੀ ਰਹਿੰਦੀ ਆ, ਗੇਮਾਂ ਖੇਡਦੀ ਰਹਿੰਦੀ ਸਾਰਾ ਦਿਨ। ਕੋਈ ਗੱਲ ਨਹੀਂ, ਨੋ ਪ੍ਰੋਬਲਮ। ਆਜੋ। ਮੇਰੀ ਗੱਲ ਸੁਣ ਅਮਨ, ਐਦਾਂ ਦੀ ਲੜਾਈਆਂ ਘਰਾਂ 'ਚ ਹੁੰਦੀਆਂ ਰਹਿੰਦੀਆਂ ਨੇ। ਨਾ ਜਾ ਯਾਰ। ਭਾਈ ਤੁਹਾਨੂੰ ਕਿੰਨੀ ਵਾਰੀ ਅੱਗੇ ਵੀ ਸਮਝਾਇਆ, ਰੋਜ਼ ਲੜਦੇ ਰਹਿੰਦੇ ਤੁਸੀਂ। ਜਾਂ ਇਹਨਾਂ ਤੋਂ ਵੱਖ ਹੋ ਜਾਓ ਤੇ ਜਾਂ ਭੈਣ ਨੇ ਮੇਰੀ ਨੇ ਇੱਥੇ ਨਹੀਂ ਰਹਿਣਾ। ਮੇਰੀ ਗੱਲ ਸੁਣ, ਦੇਖ ਇਹ ਵੀ ਮੇਰੇ ਭਰਾ ਨੇ, ਉਹ ਭਰਜਾਈਆਂ ਨੇ, ਆਪਣਾ ਹੱਸਦਾ ਖੇਡਦਾ ਪਰਿਵਾਰ ਹੈ। ਜੇ ਰਹਿ ਲੇਗੀ ਤਾਂ ਫਿਰ ਕੀ ਹੈ? ਭਾਈ ਰੋਜ਼ ਲੜਦੇਗਾ ਤੁਸੀਂ। ਲੜਾਈਆਂ ਇਹਨਾਂ ਕਰਕੇ ਲੜਾਈਆਂ ਹੁੰਦੀਆਂ। ਤੂੰ ਤਾਂ ਗੱਲ ਸਮਝ ਸਕਦੀ ਨਾ ਮੇਰੀ। ਚੱਲ ਦੁਬਾਰੇ ਕਰਦੇ। ਐਂਡ ਐਕਸ਼ਨ। ਡਾਕਟਰ ਸਾਹਿਬ, ਅਸੀਂ ਜਿੰਨੇ ਜੋਗੇ ਹੈਗੇ ਆ, ਅਸੀਂ ਸੇਵਾ ਕਰ ਰਹੇ ਆ, ਘਰੇ ਹੀ ਕਰਦੇ ਰਵਾਂਗੇ। ਨਹੀਂ ਐਕਸ਼ਨ। ਤੁਹਾਡੇ ਨਾਲ ਐਡਾ ਵੱਡਾ ਹਾਦਸਾ ਹੋ ਗਿਆ ਤੇ ਤੁਸੀਂ ਮੈਨੂੰ ਦੱਸਣਾ ਜ਼ਰੂਰੀ ਨਹੀਂ ਸਮਝਿਆ? ਇਹਦੇ ਵਿੱਚ ਜੀਤ ਦਾ ਕੋਈ ਕਸੂਰ ਨਹੀਂ ਹੈਗਾ। ਜੀਤ ਨੇ ਸਾਨੂੰ ਕਈ ਵਾਰ ਕਿਹਾ ਸੀ ਫੋਨ ਕਰਨ ਵਾਸਤੇ, ਪਰ ਅਸੀਂ ਨਹੀਂ ਕੀਤਾ। ਇਹ ਸਾਡੇ ਤੋਂ ਗਲਤੀ ਹੋਈ ਹੈ। ਤੁਸੀਂ ਦੋਨੋਂ ਸਾਡੀ ਵਜ੍ਹਾ ਦੇ ਨਾਲ ਦੂਰ ਹੋਏ,
ਹੁਣ ਸ਼ੁਕਰ ਹੈ ਉਸ ਰੱਬ ਦਾ ਜਿਹਨੇ ਸਾਨੂੰ ਗਲਤੀ ਸੁਧਾਰਨ ਦਾ ਮੌਕਾ ਦਿੱਤਾ। ਜੇ ਹੋ ਸਭ ਤੋਂ ਵੱਡੀ ਸਕੇ ਗਲਤੀ ਮੇਰੇ ਕੋਲ ਹੋਈ ਹੈ, ਜਿੰਨੇ ਤੇਰੇ ਤੇ ਹੱਥ ਚੁੱਕਿਆ। ਔਰਤ ਤੇ ਹੱਥ ਚੁੱਕਣਾ ਪਾਪ ਹੈ। ਸ਼ਾਇਦ ਰੱਬ ਨੇ ਇੱਥੇ ਚੱਕ ਦੇ। ਦੁਬਾਰਾ ਦੇ ਮੈਨੂੰ ਨਿਸ਼ਾਨ, ਇਹਨੂੰ ਮੈਂ ਭੇਜ ਹੀ ਦੇਣਾ। ਭੇਜਾ ਆ ਜਾ ਰੋਲਿੰਗ ਐਕਸ਼ਨ। ਉਹ ਤੇ ਮੇਰਾ ਠੀਕ ਹੈ। ਠੀਕ ਹੋ ਤੁਸੀਂ? ਤੁਹਾਡੇ ਜਾ ਨਾਲ ਖੇਡੋ ਯਾਰ। ਤੂੰ ਮੈਨੂੰ ਕਰਤੇ ਲੈਣ ਦੇ, ਮੈਂ ਡਾਇਲੌਗ ਕਰਨੇ ਆ। ਲੰਬਾ ਕੰਮ ਕਰੀ। ਮੈਂ ਉਹਨੂੰ ਕੱਢ ਹੈਂਡਲ ਕਰਕੇ ਉਹਨੂੰ ਕਲੀਅਰ ਕਰਨਾ ਸਰਗੁਣ ਨੂੰ ਵਿੱਚੋਂ। ਪੂਰੀ ਆਵਾਜ਼ ਆਉਂਦੀ ਹੈ। ਰੋਲਿੰਗ ਐਕਸ਼ਨ। ਠੀਕ ਹੈ ਮੇਰਾ ਪੁੱਤ, ਜੇ ਪਾਪਾ ਵਾਸਤੇ ਨਾ ਮਾਈ ਲੈ ਕੇ ਆਓ। ਜਾਓ ਮਾਈ ਲੈ ਕੇ ਆਓ ਅੰਦਰ ਰਸੋਈ 'ਚ, ਜਾਓ ਚਾਹ ਲੈ ਕੇ ਆਓ। ਤੁਹਾਡੇ ਨਾਲ ਐਡਾ ਵੱਡਾ ਹਾਦਸਾ ਹੋ ਗਿਆ ਤੇ ਤੁਸੀਂ ਮੈਨੂੰ ਦੱਸਣਾ ਜ਼ਰੂਰੀ ਨਹੀਂ ਸਮਝਿਆ? ਇਹਦੇ ਵਿੱਚ ਜੀਤ ਦਾ ਕੋਈ ਕਸੂਰ ਨਹੀਂ ਹੈਗਾ। ਜੀਤ ਨੇ ਸਾਨੂੰ ਕਈ ਵਾਰ ਕਿਹਾ ਸੀ ਫੋਨ ਕਰਨ ਵਾਸਤੇ, ਪਰ ਅਸੀਂ ਨਹੀਂ ਕੀਤਾ। ਇਹ ਸਾਡੇ ਤੋਂ ਗਲਤੀ ਹੋਈ ਹੈ। ਤੁਸੀਂ ਦੋਨੋਂ ਸਾਡੀ ਵਜ੍ਹਾ ਦੇ ਨਾਲ ਦੂਰ ਹੋਏ। ਸ਼ੁਕਰ ਹੈ ਉਸ ਰੱਬ ਦਾ ਜਿਹਨੇ ਸਾਨੂੰ ਇੱਕ ਮੌਕਾ ਸੁਧਰ। ਕੋਈ ਨਹੀਂ ਤੂੰ ਚੱਕ। ਮੈਨੂੰ ਅੱਜ ਹੋ ਕੀ ਰਿਹਾ ਵਾ। ਕੋਈ ਗੱਲ ਨਹੀਂ ਕੰਟੀਨਿਊ। ਤੁਸੀਂ ਦੋਨੋਂ ਸਾਡੀ ਵਜ੍ਹਾ ਦੇ ਨਾਲ ਦੂਰ ਥੋੜਾ ਜ਼ੋਰ ਦੀ ਹੋਏ। ਬੋਲੋ, ਮਾਈਕ ਲੱਗਿਆ ਤੁਹਾਡੇ? ਹਾਂ ਕੋਈ ਗੱਲ ਨਹੀਂ। ਜ਼ੋਰ ਦੀ ਬੋਲੋ ਫਿਰ। ਤੁਸੀਂ ਦੋਨੋਂ ਸਾਡੀ ਵਜ੍ਹਾ ਦੇ ਨਾਲ ਦੂਰ ਹੋਏ। ਸ਼ੁਕਰ ਹੈ ਉਸ ਰੱਬ ਦਾ ਜਿਹਨੇ ਸਾਨੂੰ ਮੌਕਾ ਦਿੱਤਾ ਗਲਤੀ ਸੁਧਾਰਨ। ਯਾਰ ਕੀ ਹੋ ਰਿਹਾ ਮੇਰੇ ਸਰੀਰ ਹੋ ਗਿਆ ਅੱਜ